ਵਾਹਿਗੁਰੂ ਸਾਹਿਬ ਜੀਓ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ ਜੀ, ਹਿਰਦੈ ਧਿਆਵੋ। ਧੰਨ ਗੁਰੂ ਰਾਮਦਾਸ ਗੁਣ ਗਾਵੋ। ਗੁਰ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸੁਭ ਸਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਕ ਲਾਲੂ ਬੁੱਧਵਾਨ ਨਰ, ਦੂਸਰ ਦੁਰਗਾ ਨਾਮ। ਜੀਵਨ ਦਾ ਮਿਲ ਤੀਸਰੋ, ਚਲ ਆਏ ਗੁਰ ਸਾਮ। ਇਕ ਲਾਲੂ ਬੁੱਧਵਾਨ ਨਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ, ਲੋਕ ਪਰਲੋਕ ਦੇ ਰੱਖਿਅਕ, ਸਦਾ ਸਹਾਈ ਸਦ ਬਖਸ਼ਿੰਦ, ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਾ ਸਦਕਾ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਗਤਿਆਂ ਦੀ ਗਤ, ਨਪੱਤਿਆਂ ਦੀ ਪੱਤ, ਨਿਧਰਿਆਂ ਦੀ ਧਿਰ, ਨਿਆਸਰਿਆਂ ਦਾ ਆਸਰਾ। ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹੋ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸੁੰਦਰ ਦੀਵਾਨ ਸਜੇ। ਆਪ ਸੰਗਤ ਨੇ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਜਾਪ ਸਰਵਣ ਕੀਤਾ ਹੈ, ਹਰ ਜਸ ਕੀਰਤਨ ਸਰਵਣ ਕੀਤਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ
ਜਿਸ ਵੇਲੇ ਗੁਰਿਆਈ ਪ੍ਰਾਪਤ ਹੋਈ ਹੈ। ਗੁਰੂ ਮਹਾਰਾਜ ਸਾਹਿਬ ਜੀ ਦੀ ਉਮਰ ਵਡੇਰੀ ਹੈ, ਬਜ਼ੁਰਗ ਉਮਰ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸੰਸਾਰ ਵਿੱਚ ਜਿਹੜੇ ਲੰਬੇ ਸਮੇਂ ਤੋਂ, ਕਹਿ ਲਓ ਜੁਗਾਂ ਜੁਗਾਂ ਤੋਂ, ਜਾਤ ਵਰਣ ਦੇ, ਸਤੀ ਪ੍ਰਥਾ ਦੇ ਬਹੁਤ ਵੱਡੇ ਉਪੱਦਰ ਸੰਸਾਰ ਵਿੱਚ ਹੋ ਰਹੇ ਸਨ, ਜਿਨ੍ਹਾਂ ਕਾਰਨ ਬੇਅੰਤ ਇਸਤਰੀਆਂ ਦੀਆਂ ਜਾਨਾਂ ਚਲੀਆਂ ਗਈਆਂ। ਜਾਤ ਵਰਣ ਦੇ ਕਾਰਨ ਲੋਕਾਂ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਾਂਦਾ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇ ਘਰ ਵਿੱਚ ਉਸ ਵੇਲੇ 22 ਸੂਬੇ ਸਨ। ਮਹਾਰਾਜ ਸਾਹਿਬ ਜੀ ਨੇ 22 ਪ੍ਰਚਾਰਕ ਥਾਪੇ, 22 ਮੰਜੀਆਂ ਥਾਪੀਆਂ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਬੌਲੀ ਸਾਹਿਬ ਖਦਵਾਈ। ਬੌਲੀ ਸਾਹਿਬ ਜੀ ਦਾ ਜਲ ਕੋਈ ਕਿਸੇ ਜਾਤ ਨਾਲ ਸੰਬੰਧ ਰੱਖਦਾ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਨੂੰ ਆਗਿਆ ਕੀਤੀ ਕਿ ਉੱਥੋਂ ਜਲ ਵਰਤੋ। ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਥਾਵਾਂ ਥਾਵਾਂ ਤੇ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਭੇਜ ਕੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ, ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦੇ ਸਿਧਾਂਤ ਦਾ ਵਿਸਥਾਰ ਕੀਤਾ। ਜਿੱਥੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਪ੍ਰਚਾਰਕ ਥਾਪਿਆ, ਉੱਥੇ ਮਹਾਰਾਜ ਸਾਹਿਬ ਜੀ ਨੇ ਬੀਬੀਆਂ ਨੂੰ ਵੀ ਪ੍ਰਚਾਰਕ ਥਾਪ ਕੇ ਥਾਵਾਂ ਥਾਵਾਂ ਤੇ ਪ੍ਰਚਾਰ ਕਰਨ ਵਾਸਤੇ ਭੇਜਿਆ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਜੋ ਪੁਰਾਣੇ ਸਮੇਂ ਦੇ ਵਿੱਚ ਸਨਾਤਨ ਧਰਮ ਦੇ ਅਨੁਸਾਰ, ਜਾਂ ਉਸ ਵੇਲੇ ਦੇ ਜਿਹੜੇ ਰਾਜੇ ਸਨ, ਧਨਾੜ ਲੋਕ ਸਨ, ਉਹਨਾਂ ਲੋਕਾਂ ਨੇ ਇੱਕ ਪ੍ਰਥਾ ਚਲਾ ਦਿੱਤੀ ਸੀ ਕਿ ਇਸ ਸੰਸਾਰੀ ਤੌਰ ਤੇ ਕਿ 4 ਵਰਨ ਸਨ ਉਸ ਵੇਲੇ, ਜਿਹੜੇ ਉੱਚ ਜਾਤੀ ਦੇ ਨਾਲ, ਜਿਨ੍ਹਾਂ ਨੂੰ ਸਵਰਨ ਕਿਹਾ ਜਾਂਦਾ, ਪੰਡਤ ਬ੍ਰਾਹਮਣ ਕਿਹਾ ਜਾਂਦਾ, ਉਹਨਾਂ ਨੂੰ ਮੁੱਖ ਕਰਕੇ ਰੱਖਿਆ ਜਾਂਦਾ। ਬਾਕੀ ਸਾਰੇ ਵੈਸ਼ਨਵ, ਸ਼ੂਦਰ ਆਦਿ ਕਹਿ ਕੇ ਦਰਕਾਰੇ ਜਾਂਦੇ। ਔਰ ਲੰਗਰਾਂ ਆਦਿਕ ਦੇ ਵਿੱਚ ਜਿੱਥੇ ਪ੍ਰਸ਼ਾਦੇ ਆਦਿਕ ਦਾ ਕੋਈ ਵਰਤਦਾ ਭੰਡਾਰਾ, ਉੱਥੇ ਪਹਿਲਾਂ ਬ੍ਰਾਹਮਣ ਨੂੰ ਸੱਦ ਕੇ ਪ੍ਰਸ਼ਾਦਾ ਛਕਾਇਆ ਜਾਂਦਾ। ਨੀਵੀਂ ਜਾਤ ਕਹਿ ਕੇ, ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ। ਇੱਥੇ ਤੱਕ ਜਿਹੜੇ ਲੋਕ ਚੰਮ ਦਾ ਕੰਮ ਕਰਦੇ ਸਨ, ਉਹ ਕਦੇ ਵੀ ਨੰਗੇ ਪੈਰੀਂ ਤੁਰ ਕੇ, ਜਿਹੜੇ ਸਵਰਨ ਜਾਤੀ ਦੇ ਲੋਕ, ਉੱਚ ਜਾਤੀ ਦੇ ਲੋਕ ਸਨ, ਉਹਨਾਂ ਦੇ ਘਰ ਦੇ ਅੱਗੇ ਦੀ ਲੰਘ ਨਹੀਂ ਸੀ ਸਕਦੇ। ਉਹਨਾਂ ਦੇ ਪਿੱਛੇ ਮੋਹੜੀਆਂ, ਛਾਪੇ ਕੰਡਿਆਂ ਵਾਲੇ ਬੰਨੇ ਜਾਂਦੇ, ਤਾਂ ਕਿ ਜੇ ਉਹਨਾਂ ਦੀਆਂ ਪੈੜਾਂ ਦੇ ਉੱਪਰ ਕਿਸੇ ਦਾ ਪੈਰ ਰੱਖਿਆ ਗਿਆ ਤਾਂ ਉਹ ਆਪਣੇ ਆਪ ਨੂੰ ਸ਼ੂਦਰ ਦੇ ਪੈੜਾਂ ਦੇ ਨਾਲ ਲੱਗੇ ਹੋਏ ਆਪਣੇ ਆਪ ਨੂੰ ਦੋਸ਼ਤ ਸਮਝਦੇ ਸਨ। ਇਹੋ ਜਿਹੀਆਂ ਰੀਤੀਆਂ ਸੰਸਾਰ ਵਿੱਚ ਵਰਤਦੀਆਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੰਗਰ ਦੀ ਪ੍ਰਥਾ ਚਲਾਈ, ਜਿਸ ਵਿੱਚ ਅਕਬਰ ਵਰਗੇ ਬਾਦਸ਼ਾਹ ਵੀ ਗੁਰੂ ਮਹਾਰਾਜ ਸਾਹਿਬ ਜੀ ਨੇ ਆਮ ਲੋਕਾਂ ਵਿੱਚ, ਆਮ ਪ੍ਰਜਾ ਦੇ ਵਿੱਚ ਬਿਠਾ ਕੇ ਗੁਰੂ ਮਹਾਰਾਜ ਸਾਹਿਬ ਜੀ ਨੂੰ, ਸਭ ਨੂੰ ਬਰਾਬਰਤਾ ਦੇ ਸਿਧਾਂਤ ਨੂੰ ਸਿੱਧ ਕਰ ਦਿੱਤਾ। ਜਿੱਥੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਬੈਠ ਕੇ ਲੰਗਰ ਵਿੱਚ ਪ੍ਰਸ਼ਾਦਾ ਛਕਦੇ, ਉੱਥੇ ਅਕਬਰ ਵਰਗੇ ਬਾਦਸ਼ਾਹ ਨੇ ਵੀ ਬਰਾਬਰ ਬੈਠ ਕੇ ਪ੍ਰਸ਼ਾਦਾ ਛਕਿਆ। ਉਸ ਜਗ੍ਹਾ ਤੇ ਬਰਾਬਰ ਹੀ ਘਰਾਂ ਵਿੱਚ, ਨਗਰਾਂ ਵਿੱਚ ਰਹਿਣ ਵਾਲੇ ਆਮ ਗੁਰਸਿੱਖ ਗਰੀਬ ਆਦਮੀ ਵੀ ਉਹੀ ਲੰਗਰ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12 ਵਾਰ ਬਖਸ਼ਿਸ਼ ਕੀਤੇ। ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ 12 ਸਾਲ ਹੋ ਗਏ ਸਨ। ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਸੇਵਾ ਕਰਦਿਆਂ, ਗਾਗਰ ਢੋਂਦਿਆਂ, ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਜਿਹੜੇ ਆਪਾਂ ਅਰਦਾਸ ਤੋਂ ਬਾਅਦ ਵਿੱਚ ਸ਼ਬਦ ਪੜ੍ਹਦੇ ਹਾਂ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਗਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਿਆਸਰਿਆਂ ਦੇ ਆਸਰਾ, ਨਿਧਰਿਆਂ ਦੀ ਧਿਰ,
ਇਹ 12 ਵਾਰ ਗੁਰੂ ਮਹਾਰਾਜ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਿਸ਼ ਕੀਤੇ ਸਨ। ਜਿਹੜੀ ਆਪਾਂ ਪੂਰਨਮਾਸ਼ੀ ਮਨਾਉਂਦੇ ਹਾਂ, ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰਨਮਾਸ਼ੀ ਦਾ ਜੋੜ ਮੇਲਾ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਆਰੰਭ ਕੀਤਾ। ਹਰੇਕ ਪੂਰਨਮਾਸ਼ੀ ਨੂੰ ਗੋਇੰਦਵਾਲ ਸਾਹਿਬ ਸਿੱਖ ਸੰਗਤ ਇਕੱਤਰ ਹੁੰਦੀ, ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੀ। ਗੁਰੂ ਮਹਾਰਾਜ ਸਾਹਿਬ ਜੀ ਸਿੱਖਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਾਵਨ ਉਪਦੇਸ਼ ਗ੍ਰਹਿਣ ਕਰਕੇ ਸਿੱਖ ਆਪਣਾ ਉਧਾਰ ਕਰਦੇ ਸਨ, ਆਪਣਾ ਜੀਵਨ ਕਮਾਉਂਦੇ ਸਨ। ਸੋ ਅੱਜ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਭਾਈ ਲਾਲੂ, ਭਾਈ ਦੁਰਗਾ, ਇਹ ਦੋ ਗੁਰਸਿੱਖ ਆਏ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰੋ, ਸਾਨੂੰ ਉਪਦੇਸ਼ ਬਖਸ਼ਿਸ਼ ਕਰੋ, ਸਾਨੂੰ ਸਿੱਖਿਆ ਬਖਸ਼ਿਸ਼ ਕਰੋ, ਜਿਸ ਕਰਕੇ ਸਾਡੇ ਜੀਵਨ ਦਾ ਉਧਾਰ ਹੋ ਜਾਵੇ। ਅਸੀਂ ਇਹ ਸੰਸਾਰ ਸਮੁੰਦਰ ਤੋਂ ਤਰ ਜਾਈਏ, ਇਹ ਸੰਸਾਰ ਦੇ ਭਿਆਨਕ ਸਮੇਂ ਤੋਂ ਅਸੀਂ ਬਚ ਜਾਈਏ, ਇਹ ਸੰਸਾਰ ਦੀ ਤੱਤੀ ਹਵਾ ਤੋਂ ਬਚ ਜਾਈਏ, ਕਲਯੁਗ ਦੇ ਭਿਆਨਕ ਸਮੇਂ ਤੋਂ ਬਚ ਜਾਈਏ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਚੌਪਈ ਇੱਕ ਲਾਲੂ ਬੁੱਧਵਾਨ ਨਰ। ਗੁਰੂ ਮਹਾਰਾਜ ਸਾਹਿਬ ਜੀ ਕੋਲੇ ਇੱਕ ਭਾਈ ਲਾਲੂ ਨਾਂ ਦਾ ਗੁਰਸਿੱਖ, ਜਿਹੜਾ ਬੜਾ ਬੁੱਧੀਵਾਨ ਮਨੁੱਖ ਹੈ। ਦੂਸਰ ਦੁਰਗਾ ਨਾਮ। ਅਤੇ ਦੂਸਰਾ ਗੁਰਸਿੱਖ ਜਿਹਦਾ ਨਾਮ ਭਾਈ ਦੁਰਗਾ ਹੈ। ਜੀਵੰਦਾ ਮਿਲ ਤੀਸਰੋ। ਤੀਸਰਾ ਉਹਨਾਂ ਦੇ ਨਾਲ ਭਾਈ ਜੀਵੰਦੇ ਨਾਂ ਦਾ ਗੁਰਸਿੱਖ ਰਲ ਗਿਆ ਹੈ। ਚਲ ਆਏ ਗੁਰ ਸਾਮ। ਤਿੰਨੇ ਜਾਣੇ ਭਾਈ ਲਾਲੂ, ਭਾਈ ਦੁਰਗਾ ਤੇ ਭਾਈ ਜੀਵੰਦਾ, ਤਿੰਨੇ ਸਿੱਖ ਮਿਲ ਕੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ ਹਨ। ਕਰ ਬੰਧਨ ਕੋ ਲਾਗੇ ਸੇਵਾ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਆ। ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਹੁਕਮ ਪਾ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨ ਲੱਗ ਗਏ ਹਨ। ਇੱਕ ਦਿਨ ਬੈਠ ਨਿਕਟ ਗੁਰਦੇਵਾ। ਇੱਕ ਦਿਨ ਗੁਰੂ ਮਹਾਰਾਜ ਸਾਹਿਬ ਜੀ ਦੀ ਪ੍ਰਸੰਨਤਾ ਜਾਣ ਕੇ ਸੇਵਾ ਕਰਦਿਆਂ ਕਰਦਿਆਂ ਗੁਰੂ ਮਹਾਰਾਜ ਸਾਹਿਬ ਜੀ ਦੇ ਆ ਕੇ ਕੋਲ ਬੈਠ ਗਏ। ਹਾਥ ਜੋਰ ਅਰਦਾਸ ਬਖਾਨੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਆਓ ਭਾਈ ਪਿਆਰਿਓ ਗੁਰਸਿੱਖੋ, ਕੀ ਭਾਵਨਾ ਹੈ ਤੁਹਾਡੀ? ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਸੁਣ ਕੇ ਦੋਵੇਂ ਹੱਥ ਜੋੜੇ ਧੰਨ ਗੁਰੂ ਰਾਮ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਪਣੇ ਹਿਰਦੇ ਦੀ ਬੇਦਨਤਾ ਬੇਨਤੀ ਕਹਿੰਦੇ ਹਨ। ਦੇਹੋ ਉਪਦੇਸ਼ ਆਪਨ ਜਨ ਜਾਨੀ। ਇਹ ਮਹਾਰਾਜ ਸੱਚੇ ਪਾਤਸ਼ਾਹ ਐਸਾ ਪਾਵਨ ਉਪਦੇਸ਼ ਦੇਵੋ, ਸਤਿਗੁਰੂ ਸਾਹਿਬ ਜੀ ਦੇ ਨਾਲ ਸਾਡਾ ਇਹ ਜਨਮ ਮਰਨ ਜਿਹੜਾ ਇਹ ਬੰਧਨ ਕੱਟਿਆ ਜਾਵੇ। ਮਹਾਰਾਜ ਸਾਹਿਬ ਜੀ ਆਪਣਾ ਦਾਸ ਜਾਣ ਕੇ, ਆਪਣੇ ਜਾਣ ਕੇ, ਸੇਵਕ ਜਾਣ ਕੇ ਪਾਵਨ ਉਪਦੇਸ਼ ਬਖਸ਼ ਦੇਵ। ਜਿਸ ਤੇ ਹੋਏ ਉਦਾਰ ਹਮਾਰਾ। ਜਿਸ ਪਾਵਨ ਉਪਦੇਸ਼ ਦੇ ਨਾਲ ਸਾਡਾ ਉਧਾਰ ਹੋ ਜਾਵੇ। ਸ੍ਰੀ ਗੁਰ ਅਮਰ ਸੁਬਾਕ ਉਚਾਰਾ। ਐਸਾ ਸੁਣ ਕੇ ਗੁਰਸਿੱਖ ਪਿਆਰਿਆਂ ਤੋਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਪਾਵਨ ਉਪਦੇਸ਼ ਕੀਤਾ ਹੈ। ਪਰਉਪਕਾਰ ਸਮਾਨ ਨਾ ਔਰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਪਰਾਏ ਦੇ ਉੱਤੇ ਉਪਕਾਰ ਕਰਨਾ, ਪਰਉਪਕਾਰ ਕਰਨਾ, ਇਹਦੇ ਵਰਗਾ ਕੋਈ ਸੰਸਾਰ ਤੇ ਚੰਗਾ ਕੰਮ ਨਹੀਂ ਹੈ। ਕਰਹਿ ਸਦਾ ਤਿਸ ਗਤ ਸੁਖ ਠਾਰ। ਕਹਿਣ ਲੱਗੇ ਵੀ ਜਿਹੜਾ ਕਰਹਿ ਸਦਾ ਤਿਸ ਗਤ ਸੁਖ ਠਾਰ, ਕਿ ਜਿਹੜਾ ਪਰਾਏ ਦੇ ਉੱਪਰ ਉਪਕਾਰ ਕਰਦਾ ਹੈ, ਦੂਸਰੇ ਦੇ ਉੱਤੇ ਉਪਕਾਰ ਕਰਦਾ ਹੈ, ਕਿਸੇ ਦੇ ਉੱਤੇ ਦਇਆ ਕਰਦਾ ਹੈ, ਕਿਸੇ ਦੇ ਉੱਤੇ ਉਪਕਾਰ ਕਰਨਾ, ਇਹਦੇ ਵਰਗਾ ਕੋਈ ਵੀ ਸੰਸਾਰ ਤੇ ਸੁੱਖ ਨਹੀਂ। ਕਿਸੇ ਉੱਤੇ ਜਦੋਂ ਪਰਉਪਕਾਰ ਕਰੀਏ ਤਾਂ ਆਪਣੇ ਆਪ ਹੀ ਸਾਡੀ ਆਤਮਾ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਸਾਡੇ ਅੰਦਰ ਸਕੂਨ ਪ੍ਰਾਪਤ ਹੁੰਦਾ ਹੈ। ਮਹਾਰਾਜ ਸਾਹਿਬ ਕਹਿੰਦੇ, ਕਿਸੇ ਦੇ ਉੱਤੇ ਜਿਹੜਾ ਪਰਉਪਕਾਰ ਕਰਨਾ, ਉਹਦੇ ਨਾਲ ਸਾਡੀ ਆਤਮਾ ਨੂੰ ਸੁੱਖ ਦਾ ਸਥਾਨ ਪ੍ਰਾਪਤ ਹੁੰਦਾ ਹੈ। ਸੋ ਉਪਕਾਰ ਸੋ ਤੀਨ ਪ੍ਰਕਾਰਾ। ਮਹਾਰਾਜ ਕਹਿੰਦੇ, ਭਾਈ ਅਗਲੀ ਗੱਲ ਵੀ ਸੁਣ ਲਵੋ ਕਿ ਉਪਕਾਰ ਕਰਨਾ ਕਿਸੇ ਉੱਤੇ ਜਿਹੜਾ
ਇਹ ਵੀ 3 ਪ੍ਰਕਾਰ ਦਾ 3 ਤਰ੍ਹਾਂ ਦਾ ਹੈ। ਧਰੋ ਆਪ ਤੁਮ ਲਖ ਔਰ ਸਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਸਮਝ ਕੇ ਚੰਗੀ ਤਰ੍ਹਾਂ ਇਹ ਉਪਦੇਸ਼ ਸੁਣ ਲਵੋ ਤੇ ਆਪਣੇ ਅੰਦਰ ਧਾਰਨ ਕਰ ਲਵੋ। ਜੀਤਕ ਆਪਣੇ ਢਿੱਗ ਧਨ ਅਹੈ। ਕਹਿਣ ਲੱਗੇ ਪਹਿਲਾ ਪਰਉਪਕਾਰ ਇਹ ਹੈ ਜਿਹੜਾ ਅਸੀਂ ਕਿਸੇ ਉੱਤੇ ਕਰ ਸਕਦੇ ਹਾਂ ਕਿ ਜੇਕਰ ਆਪਣੇ ਪਾਸ ਧਨ ਹੋਵੇ, ਪੈਸੇ ਹੋਣ, ਦੇਹੋ ਰੰਗ ਜੋ ਦੁਖੀਆ ਲਹੈ। ਕਹਿਣ ਲੱਗੇ ਵੀ ਕਿਸੇ ਨੂੰ ਜਾਣ ਲਵੋ ਕਿ ਦੁਖੀ ਹੈ ਤੇ ਲੋੜਵੰਦ ਹੈ। ਕਿਸੇ ਨੂੰ ਜਾਣ ਕੇ ਚੰਗੀ ਤਰ੍ਹਾਂ ਦੁਖੀ ਸਮਝਦੇ ਹੋਏ ਆਪਣੇ ਧਨ ਦੇ ਵਿੱਚੋਂ ਦਸਵੰਧ ਦੇਣਾ ਜਾਂ ਆਪਣੇ ਧਨ ਵਿੱਚੋਂ ਕੁਝ ਹਿੱਸਾ ਕਿਸੇ ਗਰੀਬ ਨੂੰ ਦੇ ਦੇਣਾ, ਪਹਿਲਾ ਉਪਕਾਰ ਇਹ ਹੈ। ਭਿਖ ਹੋ ਗਰੀਬ ਅਨਾਥਨ ਜਹਾਂ। ਜਿੱਥੇ ਵੀ ਤੁਸੀਂ ਕਿਸੇ ਨੂੰ ਗਰੀਬ ਜਾਂ ਅਨਾਥ ਵੇਖਦੇ ਹੋ, ਵਸਤਰ ਆਹਾਰ ਦੀਜਹਿ ਤਹਾਂ। ਕਹਿਣ ਲੱਗੇ ਉਹਨਾਂ ਨੂੰ ਕੱਪੜੇ ਦੇ ਦੇਵੋ, ਭੋਜਨ ਦੇ ਦੇਵੋ। ਦੇਖੋ ਦੁਖੀ ਦਇਆ ਕੋ ਧਾਰੋ। ਕਿਸੇ ਨੂੰ ਦੁਖੀ ਵੇਖ ਕੇ ਦਇਆ ਧਾਰਨ ਕਰੋ ਆਪਣੇ ਅੰਦਰ। ਜਥਾ ਸ਼ਕਤ ਤਹਿ ਦੁਖ ਨਿਰਵਾਰਹੁ। ਜਿੰਨੀ ਤੁਹਾਡੇ ਵਿੱਚ ਸਮਰੱਥਾ ਹੈ, ਜਿੰਨਾ ਤੁਸੀਂ ਕਰ ਸਕਦੇ ਹੋ ਆਪਣੇ ਵਿੱਤ ਅਨੁਸਾਰ ਕਿਸੇ ਦਾ ਦੁੱਖ ਦੂਰ ਕਰੋ, ਉਹਦੀ ਮਦਦ ਕਰਕੇ। ਨਿਜ ਬਾਣੀ ਤੇ ਸ਼ੁਭ ਬਣਿਆਵੈ। ਦੂਸਰਾ ਕਹਿੰਦੇ ਪਰਉਪਕਾਰ ਇਹ ਹੈ ਕਿ ਆਪਣੇ ਮੁਖ ਤੋਂ ਮਿੱਠੇ ਬੋਲ ਬੋਲਣੇ, ਆਪਣੇ ਮੂੰਹ ਦੇ ਉੱਤੋਂ ਚੰਗੇ ਬੋਲ ਬੋਲਣੇ, ਆਪਣੇ ਮੂੰਹ ਦੇ ਵਿੱਚੋਂ ਕਿਸੇ ਦਾ ਕੁਝ ਸਵਾਰਨ ਵਾਲੇ ਬੋਲ ਬੋਲਣੇ। ਬਿਗੜਿਓ ਕਾਰਜ ਪਰ ਸੁਧਰਾਵੈ। ਕਹਿਣ ਲੱਗੇ ਵੀ ਕਿਸੇ ਦਾ ਕੋਈ ਕਾਰਜ ਵਿਗੜਿਆ ਹੋਵੇ, ਤੁਹਾਡੇ ਕਹਿਣ ਦੇ ਨਾਲ, ਤੁਹਾਡੇ ਬੋਲਣ ਦੇ ਨਾਲ, ਤੁਹਾਡੇ ਸਮਝਾਉਣ ਦੇ ਨਾਲ ਕਿਸੇ ਦਾ ਕਾਰਜ ਸਵਰ ਜਾਵੇ, ਇਹ ਕਹਿੰਦੇ ਦੂਸਰਾ ਪਰਉਪਕਾਰ ਹੈ। ਕੈ ਵਿਦਿਆ ਹੋਏ ਆਪਣੇ ਪਾਸ। ਜਾਂ ਫਿਰ ਕਹਿੰਦੇ ਤੁਹਾਡੇ ਕੋਲੇ ਕੋਈ ਵਿਦਿਆ ਹੈ, ਤੁਹਾਡੇ ਕੋਲੇ ਕੋਈ ਗੁਣ ਹੈ, ਅਪਰ ਪੜਾਵਹਿ ਤਰਹਿ ਹੁਲਾਸ। ਉਹ ਵਿਦਿਆ ਗੁਣ ਜਿਹੜਾ ਉਹ ਪ੍ਰਸੰਨ ਹੋ ਕੇ ਖੁਸ਼ ਹੋ ਕੇ ਕਿਸੇ ਨੂੰ ਦੇਵੋ। ਕਿਸੇ ਤਰ੍ਹਾਂ ਵੀ ਤੁਹਾਡੇ ਕੋਲੇ ਕੋਈ ਵਿਦਿਆ ਕਿਸੇ ਪ੍ਰਕਾਰ ਦੀ ਵੀ ਹੈ, ਦੂਸਰੇ ਨੂੰ ਖੁਸ਼ ਹੋ ਕੇ ਪੜ੍ਹਾਵੋ, ਇਹ ਪਰਉਪਕਾਰ ਹੈ ਦੂਸਰਾ। ਪੁਨ ਮਨ ਤੇ ਸਭ ਕੋ ਭਲ ਚਾਹੈ। ਕਹਿਣ ਲੱਗੇ ਵੀ ਤੀਜਾ ਪਰਉਪਕਾਰ ਇਹ ਹੈ ਕਿ ਆਪਣੇ ਮਨ ਦੇ ਨਾਲ ਸਭ ਦਾ ਭਲਾ ਜਾਣੋ। ਬੁਰਾ ਕਰਨ ਹਿਤ ਕਬ ਨਾ ਉਮਾ ਹੈ। ਕਿਸੇ ਦਾ ਬੁਰਾ ਕਰਨ ਵਾਸਤੇ ਕਦੇ ਵੀ ਮਨ ਵਿੱਚ ਨਾ ਚਾਹੋ, ਕਦੇ ਵੀ ਮਨ ਅੰਦਰ ਵੀ ਕਿਸੇ ਦਾ ਬੁਰਾ ਕਰਨ ਨੂੰ ਤਿਆਰ ਨਾ ਹੋਵੋ। ਪਾਸ ਪਦਾਰਥ ਅਰ ਬਚ ਕਹੈ। ਇਹ ਤਿੰਨੇ ਪਰਉਪਕਾਰਾਂ ਦਾ ਮੂਲ ਇਹ ਹੈ ਕਹਿੰਦੇ ਵੀ ਪਾਸ ਪਦਾਰਥ, ਕਹਿੰਦੇ ਆਪਦੇ ਕੋਲੇ ਪਦਾਰਥ ਹੋਣ ਦਾ ਭਾਵ ਹੈ ਕਿਸੇ ਨੂੰ ਦੇਣਾ। ਕੋਈ ਵੀ ਪਦਾਰਥ ਚਾਹੇ ਧਨ ਹੋਵੇ, ਕੋਈ ਵਸਤੂ ਹੋਵੇ, ਲੋੜਵੰਦ ਨੂੰ ਦੇ ਦੇਣੀ। ਫਿਰ ਦੂਜਾ ਹੈ ਕਹਿੰਦੇ ਵੀ ਚੰਗੇ ਬੋਲ ਬੋਲਣੇ। ਕਿਸੇ ਦਾ ਤੁਹਾਡੇ ਬੋਲਣ ਨਾਲ, ਕਿਸੇ ਨੂੰ ਸਮਝਾਉਣ ਨਾਲ, ਤੁਹਾਡੇ ਸ਼ਬਦ ਕਹਿਣ ਨਾਲ ਕੋਈ ਕਿਸੇ ਦਾ ਕੁਝ ਸਵਰ ਜਾਣਾ, ਇਹ ਕਹਿੰਦੇ ਵੀ ਦੂਸਰਾ ਪਰਉਪਕਾਰ ਹੈ। ਤ੍ਰਿਤੀਆ ਕਿਸ ਕੋ ਬੁਰਾ ਨਾ ਚਾਹੇ। ਤੀਜਾ ਪਰਉਪਕਾਰ ਇਹ ਹੈ ਕਿ ਕਦੇ ਵੀ ਕਿਸੇ ਵਾਸਤੇ ਆਪਣੇ ਅੰਦਰ ਬੁਰਾ ਨਹੀਂ ਚਿੱਤ ਬਣਾ, ਆਪਣੇ ਅੰਦਰ ਕਿਸੇ ਵਾਸਤੇ ਵੀ ਕਦੇ ਬੁਰਾ ਖਿਆਲ ਨਹੀਂ ਪਾਲਣਾ ਹੈ। ਇਮ ਤੀਨੋ ਤੇ ਪਰਉਪਕਾਰ। ਕਹਿਣ ਲੱਗੇ ਵੀ ਇਹ ਤਿੰਨਾਂ ਗੁਣਾਂ ਦੇ ਨਾਲ ਇਹ ਭਾਈ ਗੁਰਸਿੱਖੋ ਪਰਉਪਕਾਰ ਹੁੰਦਾ ਹੈ। ਕਰਹੁ ਸਦਾ ਪਰ ਦੁਖ ਨਿਰਵਾਰ। ਸਦਾ ਹੀ ਆਪਣੇ ਤੋਂ ਆਪਣੇ ਅੰਦਰ ਇਹ ਗੁਣ ਧਾਰਨ ਕਰਕੇ ਦੂਸਰੇ ਦਾ ਦੁੱਖ ਦੂਰ ਕਰੋ। ਸਰਬ ਦਾਨ ਤੇ ਅਹੈ ਵਿਸਾਲਾ। ਕਹਿੰਦੇ ਸਾਰਿਆਂ ਦਾਨਾਂ ਦੇ ਨਾਲੋਂ ਵੱਡਾ ਦਾਨ ਇਹ ਹੈ ਅੰਨ ਦੇਨ ਕੀਜਹਿ ਸਭ ਕਾਲਾ। ਕਿ ਹਰ ਸਮੇਂ ਕਿਸੇ ਨੂੰ ਅਨਾਜ ਦਾ ਦਾਨ ਦੇਣਾ। ਜਿਸ ਤੇ ਪ੍ਰਾਨ ਧਰਤ ਹੈ ਪ੍ਰਾਨੀ। ਕਹਿਣ ਲੱਗੇ ਜਿਸ ਅੰਨ ਦੇ ਖਾਣ ਦੇ ਨਾਲ ਪ੍ਰਾਣੀ ਜਿਉਂਦਾ ਰਹਿੰਦਾ, ਕਿਸੇ ਨੂੰ ਪ੍ਰਸ਼ਾਦਾ ਛਕਾ ਦੋ, ਭੁੱਖਾ ਕੋਈ ਬੰਦਾ, ਰੋਟੀ ਤੋਂ ਬਗੈਰ ਕਿਸੇ ਦਾ ਵੀ ਸਰਦਾ ਨਹੀਂ। ਪ੍ਰਸ਼ਾਦਾ ਜਿਹਦੇ ਨਾਲ ਬੰਦਾ ਜਿਉਂਦਾ ਰਹਿੰਦਾ, ਪ੍ਰਸ਼ਾਦਾ ਸਭ ਦੇ ਪ੍ਰਾਣ ਹਨ। ਅਪਰ ਹੋਏ ਕਿਮ ਤਾਹੇ ਸਮਾਨੀ। ਇਸ ਕਰਕੇ ਭਾਈ ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਲੋੜਵੰਦ ਨੂੰ, ਕਹਿੰਦੇ ਇਹਦੇ ਬਰਾਬਰ ਕੋਈ ਵੀ ਦਾਨ ਨਹੀਂ, ਸਭ ਤੋਂ ਵੱਡਾ ਦਾਨ ਹੈ। ਕਾਚੋ ਪਾਕੋ ਜਿਉ ਕਿਉ ਦੀਜੈ। ਕਹਿਣ ਲੱਗੇ ਵੀ ਕੱਚਾ ਹੋਵੇ, ਪੱਕਾ ਹੋਵੇ, ਜਿਵੇਂ ਕਿਵੇਂ ਦਾ ਵੀ ਹੋਵੇ, ਤੁਹਾਡੇ ਕੋਲੇ ਲੰਗਰ ਛੁਦਤ ਦੇਖ ਕਰ ਨਾਹੇ ਨਾ ਕੀਜੈ। ਜੋ ਜਿਹਾ ਰੁੱਖਾ ਮਿੱਸਾ ਹੋਵੇ, ਕੋਈ ਲੋੜਵੰਦ ਤੁਹਾਡੇ ਦਰਵਾਜ਼ੇ ਤੇ ਆ ਜਾਵੇ,
ਕਹਿੰਦੇ ਕਦੇ ਵੀ ਉਹਨੂੰ ਭੁੱਖਾ ਨਾ ਮੋੜੋ, ਉਹਨੂੰ ਕਦੇ ਵੀ ਨਾ ਕਰੋ। ਤਾਂ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੀ ਪ੍ਰਥਾ ਜਿਹੜੀ ਹੈ, ਜਿੱਥੇ ਸ਼ਬਦ ਦਾ ਲੰਗਰ ਚਲਾਇਆ ਉੱਥੇ ਨਾਲ ਪ੍ਰਸ਼ਾਦੇ ਦਾ ਲੰਗਰ ਵੀ ਚੱਲਿਆ। ਗੁਰੂ ਘਰ ਦੇ ਵਿੱਚ ਜਿੱਥੇ ਅਸੀਂ ਆਤਮਾ ਦੀ ਖੁਰਾਕ, ਆਤਮਾ ਦਾ ਲੰਗਰ, ਕਥਾ ਵਾਰਤਾ, ਕੀਰਤਨ, ਪਾਵਨ ਗੁਰਬਾਣੀ ਸੁਣਦੇ, ਉੱਥੇ ਨਾਲ ਹੀ ਦੂਸਰੇ ਪਾਸੇ ਸਰੀਰ ਦੀ ਖੁਰਾਕ, ਸਰੀਰ ਦਾ ਭੋਜਨ ਵੀ ਹੈ। ਕੋਈ ਹੋਰ ਧਰਮ ਦਾ ਕੋਈ ਇਹੋ ਜਿਹਾ ਅਤਿਥੀ ਲੋੜਵੰਦ ਆ ਜਾਵੇ ਜਿਹਨੂੰ ਸਿਰਫ ਤੇ ਸਿਰਫ ਸਰੀਰ ਦੀ ਭੁੱਖ ਹੈ, ਜਿਹਦਾ ਸਰੀਰ ਹੀ ਦੁਖੀ ਹੈ, ਸਰੀਰ ਦੀ ਲੋੜ ਹੈ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਚਲਾਈ। ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਘਰ ਦੇ ਵਿੱਚ ਨਿਸ਼ਾਨ ਸਾਹਿਬ ਜੀ ਦੀ ਪ੍ਰਥਾ ਚਲਾਈ। ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਨਿਸ਼ਾਨ ਸਾਹਿਬ ਚਲਾਇਆ। ਨਿਸ਼ਾਨ ਸਾਹਿਬ ਦਾ ਮਤਲਬ ਸੀ ਕਿ ਦੂਰੋਂ ਗੁਰੂ ਘਰ ਦਾ ਨਿਸ਼ਾਨ ਨਜ਼ਰ ਆ ਜਾਵੇ ਤੇ ਦੇਖ ਕੇ ਇੱਥੇ ਭੁੱਖੇ ਨੂੰ, ਪਿਆਸੇ ਨੂੰ ਲੰਗਰ ਮਿਲੂਗਾ। ਜਿਹਦੇ ਕੋਲੇ ਤਨ ਤੇ ਪਹਿਨਣ ਵਾਸਤੇ ਵਸਤਰ ਨਹੀਂ ਹੈ, ਕੱਪੜਾ ਨਹੀਂ, ਲੀੜਾ ਨਹੀਂ ਕੋਈ, ਉਹਨੂੰ ਇੱਥੇ ਤਨ ਢੱਕਣ ਨੂੰ ਵਸਤਰ ਵੀ ਪ੍ਰਾਪਤ ਹੋਊਗਾ। ਸੋ ਮਹਾਰਾਜ ਸਾਹਿਬ ਜੀ ਕਹਿੰਦੇ, ਜਿਸ ਲੰਗਰ ਦੇ ਨਾਲ, ਜਿਸ ਪ੍ਰਸਾਦੇ ਦੇ ਨਾਲ ਕਿਸੇ ਦੀ ਜਾਨ ਜਿਉਂਦੀ ਰਹਿੰਦੀ ਹੈ, ਪ੍ਰਾਣ ਜਿਉਂਦੇ ਰਹਿੰਦੇ ਆ, ਜਿਹੋ ਜਿਹਾ ਵੀ ਤੁਹਾਡੇ ਕੋਲੇ ਰੁੱਖਾ ਮਿੱਸਾ ਹੋਵੇ ਤਾਂ ਉਹ ਪ੍ਰਸਾਦਾ ਛਕਾਉਣਾ ਹੈ। ਜਿਸ ਕਿਸ ਸਮੇਂ ਸਾਂਝ ਕੈ ਪ੍ਰਾਤ, ਕੋਈ ਵੀ ਕਹਿੰਦੇ ਭਾਈ ਸਮਾਂ ਹੋਵੇ, ਚਾਹੇ ਸਵੇਰਾ ਹੋਵੇ, ਚਾਹੇ ਸ਼ਾਮ ਹੋਵੇ, ਬਿਨਾ ਵਿਚਾਰੇ ਭੋਜਨ ਦਾਤ, ਬਿਨਾ ਵਿਚਾਰ ਕੀਤੇ ਤੋਂ ਬਗੈਰ ਹੀ ਜਿਹੜਾ ਕੋਈ ਵੀ ਆ ਜਾਵੇ ਤੁਹਾਡੇ ਦਰਵਾਜ਼ੇ ਤੇ ਲੋੜਵੰਦ, ਉਹਨੂੰ ਭੋਜਨ ਦਾ ਦਾਨ ਦੇਵੋ, ਪ੍ਰਸਾਦਾ ਛਕਾਵੋ। ਊਚ ਨੀਚ ਨਹਿ ਪਰਖ ਹੋ ਜਾਤੀ, ਕਦੇ ਵੀ ਕਿਸੇ ਦੀ ਉੱਚੀ ਨੀਵੀਂ ਜਾਤ ਨਾ ਪਰਖ। ਦੇਕਰ ਅੰਨ ਕਰਹੁ ਤ੍ਰਿਪਤਾਤੀ, ਤਨ ਲੱਗੇ ਵੀ ਅੰਨ ਦਾ ਦਾਨ ਕਰਕੇ ਭੁੱਖੇ ਨੂੰ ਤ੍ਰਿਪਤ ਕਰੋ। ਆਪਾਂ ਪੰਜਾਬ ਦੇ ਅੰਦਰ ਆਮ ਹੀ ਦੇਖਦੇ ਸੀ, ਜਦੋਂ ਸੰਗਰਾਂਦ ਹੋਣੀ, ਕੋਈ ਮੱਸਿਆ ਹੋਣੀ, ਪੁੰਨਿਆ ਹੋਣੀ, ਜਾਂ ਕੋਈ ਜੋੜ ਮੇਲਾ ਹੋਣਾ ਗੁਰੂ ਘਰ ਵਿੱਚ, ਤਾਂ ਬੀਬੀਆਂ ਨੇ ਜਾਣਾ ਨਾ ਜਦੋਂ ਗੁਰਦੁਆਰਾ ਸਾਹਿਬ, ਤਾਂ ਉਸ ਵੇਲੇ ਦਾਣਿਆਂ ਦਾ ਥਾਲ ਭਰ ਕੇ ਲਿਜਾਣਾ, ਜਾਂ ਆਟਾ ਲੈ ਕੇ ਜਾਣਾ, ਜਾਂ ਫਿਰ ਲੰਗਰ ਵਾਸਤੇ ਪਾਥੀਆਂ ਬਾਲਣ ਛੱਡ ਕੇ ਆਉਣਾ ਜਾ ਕੇ ਗੁਰੂ ਘਰ ਦੇ ਵਿੱਚ, ਤੇ ਜਾ ਕੇ ਆਪ ਨਾਲੇ ਲੰਗਰ ਵਿੱਚ ਪ੍ਰਸਾਦੇ ਪਕਾਉਣੇ, ਲੰਗਰ ਦੀ ਸੇਵਾ ਕਰਨੀ। ਫਿਰ ਜਿਹੜੇ ਨੌਜਵਾਨ ਵੀਰ ਹੁੰਦੇ ਸੀ ਉਹਨਾਂ ਨੇ ਲੰਗਰ ਵਰਤਾਉਣਾ ਸਭ ਨੂੰ, ਫਿਰ ਨਾਲੇ ਭਾਂਡਿਆਂ ਦੀ ਸੇਵਾ ਕਰਨੀ। ਫਿਰ ਜਦੋਂ ਕਦੇ ਕਣਕ ਦੀ ਜਾਂ ਫਿਰ ਝੋਨੇ ਦੀ ਜਦੋਂ ਫਸਲ ਆਉਣੀ ਕੋਈ ਵੀ ਘਰ ਵਿੱਚ, ਤਾਂ ਜਾ ਕੇ ਬਜ਼ੁਰਗਾਂ ਨੇ ਗੁਰੂ ਘਰ ਵਿੱਚ ਬੋਰੀ ਭਰ ਕੇ ਦਾਣਿਆਂ ਦੀ ਛੱਡ ਕੇ ਆਉਣੀ, ਜਾਂ ਫਿਰ ਆਟੇ ਦੀ ਬੋਰੀ ਦੇ ਕੇ ਆਉਣੀ। ਜਾਂ ਘਰਾਂ ਦੇ ਵਿੱਚ ਕਿਸੇ ਗਰੀਬ ਘਰ ਦੇ ਵਿੱਚ ਕਿਸੇ ਲੜਕੀ ਦਾ ਵਿਆਹ ਹੋਣਾ ਲੋੜਵੰਦ ਦੇ, ਤਾਂ ਉਹਦੇ ਘਰੇ ਆਟਾ ਵੀ, ਦੁੱਧ ਵੀ ਪਹੁੰਚਦਾ ਕਰਨਾ। ਸਵੇਰੇ ਸਵੇਰੇ ਅਨਾਉਂਸਮੈਂਟ ਹੁੰਦੀ ਸੀ ਗੁਰੂ ਘਰ ਵਿੱਚ ਪਹਿਲਾਂ ਸਮਿਆਂ 'ਚ, ਹੁਣ ਤਾਂ ਪਤਾ ਨਹੀਂ ਕਿਵੇਂ, ਕਿ ਭਾਈ ਫਲਾਣੇ ਦੇ ਵਿਆਹ ਹੈ, ਦੁੱਧ ਪਹੁੰਚਦਾ ਕਰੋ। ਜਿਸ ਚੀਜ਼ ਦੀ ਵੀ ਲੋੜ ਹੋਣੀ, ਅਨਾਉਂਸਮੈਂਟ ਹੋਣੀ ਗੁਰੂ ਘਰ ਵਿੱਚ, ਤਾਂ ਗਰੀਬ ਦੇ ਘਰ ਜੋ ਕੁਛ ਹੁੰਦਾ ਸੀ ਹਰ ਇੱਕ ਪਹੁੰਚਦਾ ਕਰਦਾ। ਗੁਰੂ ਘਰ ਵਿੱਚ ਵੀ ਲੰਗਰਾਂ ਦੇ ਵਿੱਚ ਵੱਧ ਤੋਂ ਵੱਧ ਜੋ ਘਰ ਵਿੱਚ ਹੁੰਦਾ ਦਾਨ ਦੇ ਕੇ ਆਉਂਦੇ। ਮਹਾਰਾਜ ਸਾਹਿਬ ਜੀ ਕਹਿੰਦੇ, ਕੋਈ ਵੀ ਹੋਵੇ ਅਤਿਥੀ ਇਹੋ ਜਿਹਾ, ਉਹਨੂੰ ਘਰ ਆਏ ਨੂੰ ਪ੍ਰਸਾਦਾ ਛਕਾਉਣਾ, ਦਰਵਾਜ਼ੇ ਤੇ ਆਏ ਨੂੰ ਪ੍ਰਸਾਦੇ ਤੋਂ ਬਗੈਰ ਮੁੜਨ ਨਾ ਦੇਣਾ। ਜਿਹੜਾ ਇਹ ਗੁਰੂ ਘਰਾਂ ਦੇ ਵਿੱਚ ਡਾਲੀ ਕਰਦੇ ਸੀ ਨਾ, ਰੋਜ਼ ਡਾਲੀ ਵਾਲਾ ਆਉਂਦਾ ਸੀ ਪ੍ਰਸਾਦਾ ਲੈਣ ਵਾਸਤੇ, ਦੁੱਧ ਲੈਣ ਵਾਸਤੇ, ਸਿਆਣੇ ਪੁਰਖਾਂ ਨੇ ਬੜਾ ਸੋਚ ਸਮਝ ਕੇ, ਕਬੀਰ ਸਭ ਤੇ ਭਲੀ ਮਧੂਕੜੀ ਨਾਨਾ ਬਿਦ ਕੋ ਨਾਚ, ਜਿਹੜਾ ਇਹ ਰੋਜ਼ ਗੁਰੂ ਘਰ ਦਾ ਸੇਵਾਦਾਰ ਆਉਂਦਾ ਸੀ ਲੈਣ ਵਾਸਤੇ ਪ੍ਰਸਾਦਾ, ਉਹਦਾ ਮਤਲਬ ਇਹ ਸੀ ਕਿ ਰੋਜ਼ ਜਿਹੜਾ ਸਾਡੇ ਘਰ ਵਿੱਚ ਪ੍ਰਸਾਦਾ ਪੱਕਦਾ, ਉਹਦੇ ਵਿੱਚੋਂ ਹਿੱਸਾ ਰੋਜ਼ ਗੁਰੂ ਘਰ ਵਿੱਚ ਜਾਂਦਾ। ਗੁਰੂ ਘਰ ਵਿੱਚ ਦੁੱਧ ਵੀ ਜਾਂਦਾ ਘਰ ਤੋਂ, ਗੁਰੂ ਘਰ ਵਿੱਚ ਪ੍ਰਸਾਦਾ ਵੀ ਜਾਂਦਾ, ਦਾਲ ਸਬਜ਼ੀ ਜਿਹੜੀ ਹੁੰਦੀ ਉਹ ਵੀ ਅਸੀਂ ਗੁਰੂ ਘਰ ਦੇ ਸੇਵਾਦਾਰ ਨੂੰ ਪਾਉਂਦੇ, ਉਹ ਗੁਰੂ ਘਰ ਜਾ ਕੇ ਅਰਦਾਸ ਕਰਦੇ। ਹੁਣ ਸਾਰਾ ਦਿਨ ਪਤਾ ਨਹੀਂ ਕੌਣ ਲੋੜਵੰਦ ਆ ਕੇ ਗੁਰੂ ਘਰ ਵਿੱਚੋਂ ਪ੍ਰਸਾਦਾ ਛਕੀ ਜਾਂਦਾ, ਤੇ ਸਾਡਾ ਸਾਰਿਆਂ ਦਾ ਹਿੱਸਾ ਉੱਥੇ ਪਈ ਜਾਂਦਾ। ਤੇ ਹੌਲੀ ਹੌਲੀ ਅਸੀਂ ਇਹਨਾਂ ਗੱਲਾਂ ਤੋਂ ਅਣਗੌਲੇ ਹੋ ਗਏ, ਤੇ ਹੌਲੀ ਹੌਲੀ ਸਾਡੇ ਘਰਾਂ ਦਾ ਜਿਹੜਾ ਦਸਬੰਧ ਸੀ, ਪੁੰਨ ਕਰਮ ਸੀ ਜਿਹੜਾ, ਉਹ ਘਟਦਾ ਗਿਆ ਤੇ ਪਾਪ ਕਰਮ ਵੱਧਦਾ ਗਿਆ। ਉਹ ਪਾਪ ਕਰਮ ਇੰਨਾ ਵੱਧ ਗਿਆ ਕਿ ਸਾਡੇ ਸਭ ਦੇ ਘਰਾਂ ਦੇ ਵਿੱਚ ਕਲੇਸ਼ ਹੈ, ਸਾਡੇ ਸਭ ਦੇ ਘਰਾਂ ਦੇ ਵਿੱਚ ਦੁੱਖ ਹੈ। ਅਸੀਂ ਸਾਰੇ ਆਪੋ ਆਪਣੇ ਘਰੇ ਤੜਫ ਰਹੇ ਹਾਂ। ਕਾਰਨ ਕੀ ਹੈ? ਕਿ ਜਿਹੜੇ ਪੁਰਾਣੇ ਬਜ਼ੁਰਗਾਂ ਦੀਆਂ ਰੀਤੀਆਂ ਸਨ, ਪੁਰਾਣੇ ਬਜ਼ੁਰਗਾਂ ਦੀਆਂ ਪਰੰਪਰਾਵਾਂ ਸਨ, ਸਾਧੂ ਮਹਾਂਪੁਰਖਾਂ ਨੇ ਉਹ ਮਰਜ਼ਾਦਾਵਾਂ ਕਾਇਮ ਕੀਤੀਆਂ ਸਨ ਕਿ ਬਹਾਨੇ ਦੇ ਨਾਲ ਪੁੰਨ ਕਰਮ ਹੋਈ ਜਾਵੇ, ਜਿਹੜਾ ਸਾਨੂੰ ਪਤਾ ਵੀ ਨਹੀਂ ਸੀ ਲੱਗ ਰਿਹਾ ਕਿ ਇਹ ਪੁੰਨ ਕਰਮ ਹੋ ਰਿਹਾ। ਸੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ, ਭਾਈ ਕਿਸੇ ਦੇ ਉੱਤੇ ਪਰਉਪਕਾਰ ਕਰਨਾ, ਸਭ ਤੋਂ ਵੱਡਾ ਕਿਸੇ ਨੂੰ ਪ੍ਰਸਾਦਾ ਛਕਾਉਣਾ,
ਇਹ ਸਭ ਤੋਂ ਵੱਡਾ ਦਾਨ ਹੈ। ਸ੍ਰੀ ਗੁਰੂ ਅਮਰਦਾਸ ਕੀ ਬਾਣੀ ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬਾਣੀ ਨੂੰ ਸ਼ਰਧਾ ਧਰ ਔਰ ਤੀਨਹੁ ਮਾਨੀ। ਤਿੰਨੇ ਗੁਰਸਿੱਖਾਂ ਨੇ, ਭਾਈ ਲਾਲੂ ਨੇ, ਭਾਈ ਦੁਰਗੇ ਨੇ ਤੇ ਭਾਈ ਜਵੰਦੇ, ਤਿੰਨੇ ਗੁਰਸਿੱਖਾਂ ਨੇ ਸ਼ਰਧਾ ਧਾਰ ਕੇ ਆਪਣੇ ਅੰਦਰ ਮਨ ਲਈ ਧਾਰਨ ਕਰ ਲਈ ਹੈ। ਤੀਨ ਬਿਦਨ ਕੀਨਸ ਉਪਕਾਰਾ ਕਹਿਣ ਲੱਗੇ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਤਿੰਨ ਤਰੀਕੇ ਦੱਸੇ ਆ ਪਰ ਉਪਕਾਰ ਕਰਨ ਦੇ। ਦੇਤ ਛਦਿਤ ਕੋ ਅਧਿਕ ਆਹਾਰਾ ਅਤੇ ਜਾ ਕੇ ਲੰਗਰ ਚਲਾ ਦਿੱਤਾ, ਭੋਜਨ ਦਿੰਦੇ ਆ, ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹਨ। ਗੁਰ ਕੇ ਸਿੱਖ ਭਏ ਇਸ ਰੀਤ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਇਸ ਵਿਧੀ ਨਾਲ, ਇਸ ਰੀਤੀ ਦੇ ਅਨੁਸਾਰ ਆਵਹਿ ਦਰਸ਼ਨ ਕੋ ਧਾਰ ਪ੍ਰੀਤ। ਗੁਰੂ ਮਹਾਰਾਜ ਸਾਹਿਬ ਜੀ ਕੋਲੋਂ ਐਸਾ ਉਪਦੇਸ਼ ਲੈ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦੇ ਪਿਆਰੇ ਸਿੱਖ ਹੋ ਗਏ ਆ। ਜਦੋਂ ਸਮਾਂ ਮਿਲਦਾ ਬੜੀ ਪ੍ਰੀਤੀ ਧਾਰਨ ਕਰਕੇ, ਪ੍ਰੇਮ ਧਾਰ ਕੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਉਂਦੇ ਹਨ। ਸੇਵਤ ਰਹੇ ਭਗਤ ਕੋ ਪਾਏ ਭਗਤੀ ਨੂੰ ਪਾ ਕੇ, ਪ੍ਰੇਮਾ ਭਗਤੀ ਨੂੰ ਪਾ ਕੇ ਸੇਵਾ ਕਰਦੇ ਹਨ। ਅੰਤ ਗੁਰੂ ਢਿਗ ਪਹੁੰਚੇ ਜਾਏ ਜਦੋਂ ਸਮਾਂ ਮਿਲਦਾ ਗੁਰੂ ਮਹਾਰਾਜ ਸਾਹਿਬ ਜੀ ਕੋਲ ਪਹੁੰਚ ਜਾਂਦੇ ਆ। ਜੱਗਾ ਸਤਿਗੁਰੂ ਕੇ ਟਿਗ ਆਇਓ ਇੱਕ ਜੱਗਾ ਨਾਮ ਦਾ ਸਿੱਖ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਆਇਆ ਹੈ। ਕਰ ਦਰਸ਼ਨ ਕੋ ਸੀਸ ਨਿਵਾਇਓ ਦਰਸ਼ਨ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਸਿਰ ਨਵਾਇਆ, ਮੱਥਾ ਟੇਕਿਆ। ਸਿੱਖ ਗੁਰ ਕੇ ਗਨ ਦੇਖ ਹੁਲਾਸਾ ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਬਹੁਤ ਪਿਆਰੇ ਗੁਰਸਿੱਖ ਬੈਠੇ ਹਨ। ਵੇਖ ਕੇ ਮਨ ਬੜਾ ਪ੍ਰਸੰਨ ਹੋਇਆ ਹੈ। ਹਾਥ ਜੋੜ ਕਰ ਬਾਕ ਪ੍ਰਕਾਸ਼ਾ ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਬੜਾ ਨਿਮਾਣਾ ਨਿਤਾਣਾ ਹੋ ਕੇ ਬੇਨਤੀ ਕਰਦਾ ਹੈ। ਮੈਂ ਚਾਹਤ ਆਪਣੀ ਕਲਿਆਣ ਕਹਿਣ ਲੱਗਿਆ ਮਹਾਰਾਜ ਸਾਹਿਬ ਜੀ ਮਿਲਿਓ ਏਕ ਦਿਨ ਜੋਗੀ ਆਨ। ਮਹਾਰਾਜ ਸਾਹਿਬ ਜੀ ਮੈਂ ਆਪਣੀ ਕਲਿਆਣ ਚਾਹੁੰਦਾ, ਮੇਰੀ ਇੱਛਾ ਹੈ ਮਨ ਵਿੱਚ ਕਿ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਮੇਰੀ ਕਲਿਆਣ ਹੋ ਜਾਵੇ। ਇਹ ਸੰਸਾਰ ਦੇ ਭਿਆਨਕ ਸਮੇਂ ਤੋਂ ਮੇਰਾ ਖਹਿੜਾ ਛੁੱਟ ਜਾਵੇ, ਮੈਂ ਇਹ ਚਾਹੁੰਦਾ। ਪਰ ਕਹਿੰਦਾ ਮੈਂ ਇੱਕ ਆਪ ਜੀ ਨੂੰ ਬੇਨਤੀ ਕਰਨ ਆਇਆ ਕਿ ਐਸਾ ਮੇਰਾ ਇਹ ਖਿਆਲ ਸੀ ਤਾਂ ਮੈਨੂੰ ਇੱਕ ਦਿਨ ਇੱਕ ਜੋਗੀ ਆ ਕੇ ਮਿਲਿਆ। ਤਿਸ ਆਗੇ ਮੈਂ ਬਿਨੈ ਸੁਨਾਈ ਕਹਿਣ ਲੱਗਿਆ ਮੇਰੀ ਇੱਛਾ ਸੀ ਕਿ ਸਾਧੂ ਹੈ, ਜੋਗੀ ਹੈ, ਮੈਨੂੰ ਕੋਈ ਐਸਾ ਉਪਦੇਸ਼ ਦੇਵੇ ਜਿਹਦੇ ਨਾਲ ਮੇਰੀ ਕਲਿਆਣ ਹੋ ਜਾਵੇ, ਮੇਰਾ ਪਾਰ ਉਤਾਰਾ ਹੋ ਜਾਵੇ। ਕਹਿਣ ਲੱਗੇ ਉਹਨੇ ਫਿਰ ਆ ਕੇ ਨਾ ਤਬ ਆਤਿਸ ਆ ਗਿਆ ਮੈਂ ਬਿਨੈ ਸੁਨਾਈ। ਉਹਦੇ ਕੋਲੇ ਮੈਂ ਬੇਨਤੀ ਕੀਤੀ ਕਿ ਮਹਾਰਾਜ ਮਹਾਤਮਾ ਜੀ ਮੈਨੂੰ ਵੀ ਕੋਈ ਉਪਦੇਸ਼ ਦੇਵੋ, ਮੇਰਾ ਪਾਰ ਉਤਾਰਾ ਹੋ ਜੇ, ਮੇਰਾ ਕਲਿਆਣ ਹੋ ਜਾਵੇ। ਤਬ ਐਸੇ ਭਾਖਿਓ ਮੁਝ ਤਾਈ। ਕਹਿੰਦੇ ਉਸ ਵੇਲੇ ਉਹਨੇ ਮੈਨੂੰ ਇਹ ਜਿਹੜਾ ਉਪਦੇਸ਼ ਦਿੱਤਾ ਹੈ। ਘਰ ਕੁਟੰਬ ਸੰਬੰਧੀ ਸਾਰੇ ਕਹਿਣ ਲੱਗੇ ਮਹਾਰਾਜ ਮੈਨੂੰ ਕਹਿਣ ਲੱਗਿਆ ਵੀ ਘਰ ਤੇ ਪਰਿਵਾਰ ਜਿੰਨੇ ਸਾਰੇ ਸੰਬੰਧੀ ਹਨ, ਬੰਧਨ ਰੂਪ ਸੋ ਲੇਹੋ ਵਿਚਾਰੇ। ਤੇ ਤੂੰ ਇਹ ਗੱਲ ਵਿਚਾਰ ਲੈ, ਤੇਰੇ ਵਾਸਤੇ ਬੰਧਨ ਹਨ, ਇਹ ਤੇਰੇ ਵਾਸਤੇ ਸੰਗਲਾਂ ਦੀ ਨਿਆਈ ਹਨ। ਤਿਆਗ ਕਰੋ ਅਬ ਬਣੋ ਫਕੀਰ। ਤੇ ਆਪਦੇ ਪਰਿਵਾਰ ਦਾ, ਸਾਰੇ ਸਾਥ ਸੰਬੰਧੀਆਂ ਦਾ ਸਭ ਦਾ ਤਿਆਗ ਕਰ ਦੋ ਤੇ ਮੇਰੇ ਨਾਲ ਤੁਰ ਪੈ, ਫਕੀਰ ਬਣ ਜਾਵ। ਹੁਣ ਆਵੋ ਚਲ ਹਮਰੇ ਤੀਰ। ਫੇਰ ਮੇਰੇ ਕੋਲ ਚੱਲ ਕੇ ਆ ਜਾਓ, ਮੇਰੇ ਨਾਲ ਰਹਿ ਲਵੋ। ਸ਼੍ਰੀ ਹੇਤ ਲਹੋ ਮਮ ਉਪਦੇਸ਼। ਜਦੋਂ ਤੂੰ ਮੇਰੇ ਕੋਲ ਆ ਕੇ ਰਵੇਂਗਾ ਤਾਂ ਫਿਰ ਮੁਕਤੀ ਵਾਸਤੇ, ਕਲਿਆਣ ਵਾਸਤੇ ਮੈਂ ਤੈਨੂੰ ਉਪਦੇਸ਼ ਦੇਵਾਂਗਾ। ਮੇਰੇ ਕੋਲੋਂ ਉਪਦੇਸ਼ ਲਵ। ਛੋਰਹੁ ਘਰ ਕੋ ਸਹਿਤ ਕਲੇਸ਼। ਇਹ ਜਿਹੜਾ ਤੇਰਾ ਪਰਿਵਾਰ ਹੈ, ਘਰ ਵਾਲੀ ਆ, ਬੱਚੇ ਆ, ਮਾਤਾ ਪਿਤਾ, ਹੋਰ ਸਾਥ ਸੰਬੰਧੀ ਆ, ਇਹਨਾਂ ਨੂੰ ਕਲੇਸ਼ ਦਾ ਘਰ ਜਾਣ ਕੇ ਘਰ ਨੂੰ ਛੱਡ ਦੇਵ। ਰਾਵਰ ਨਿਕਟ ਚਾਹੋ ਮੈਂ ਪੁੱਛਾ। ਮਹਾਰਾਜ ਸਾਹਿਬ ਜੀ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿੱਖ ਹਾਂ, ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਆਇਆ ਤੇ ਆਪ ਜੀ ਕੋਲ ਆ ਕੇ ਆਪ ਜੀ ਨੂੰ ਪੁੱਛਣਾ ਚਾਹੁੰਦਾ ਹਾਂ। ਕਿਮ ਹੋਏ ਸ਼੍ਰੇਯ ਬਨੈ ਔਰ ਸੂਚਾ। ਮਹਾਰਾਜ ਜੀ ਮੇਰੀ ਕਲਿਆਣ ਕਿਵੇਂ ਹੋਵੇਗੀ ਤੇ ਮੇਰਾ ਮਨ ਪਵਿੱਤਰ ਕਿਵੇਂ ਹੋਵੇਗਾ। ਕਿਮ ਪ੍ਰਾਪਤ ਹੋਏ ਭਗਤ ਮਹਾਨੀ। ਇਹ ਜਿਹੜੀ ਮਹਾਨ ਪ੍ਰੇਮਾ ਭਗਤੀ ਹੈ ਮੈਨੂੰ ਕਿਵੇਂ ਪ੍ਰਾਪਤ ਹੋਵੇਗੀ। ਜਿਸ ਤੇ ਪ੍ਰਾਪਤ ਪ੍ਰਭ ਨਿਰਬਾਨੀ। ਜਿਸ ਨੂੰ ਧਾਰਨ ਕਰਨ ਦੇ ਨਾਲ ਜਿਹੜਾ ਨਿਰਵਾਣ ਵਾਹਿਗੁਰੂ ਪਰਮੇਸ਼ਰ ਹੈ ਉਹਦੀ ਪ੍ਰਾਪਤੀ ਹੋ ਜਾਵੇ। ਸ਼ਰਧਾ ਜਾਨ ਗੁਰੂ ਬਚ ਭਾਖਾ। ਸ਼ਰਧਾਵਾਨ ਜਾਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਪਾਵਨ ਬਚਨ ਕਹੇ। ਘਰ ਤਿਆਗਨ ਕੀ
ਨਹਿ ਕਰ ਕਰਨ ਕਾਂਖਾ ਲੱਗਿਆ ਗੁਰਸਿੱਖਾ, ਘਰ ਨੂੰ ਛੱਡਣ ਦੀ, ਘਰ ਨੂੰ ਤਿਆਗਣ ਦੀ ਇੱਛਾ ਨਾ ਕਰ। ਇਹ ਇੱਛਾ ਨਹੀਂ ਧਾਰਨ ਕਰਨੀ ਹੈ। ਜੇ ਘਰ ਤਜੇ ਮਿਲਹਿ ਭਗਵਾਨ ਕਰਨ ਲੱਗੇ ਜੇ ਘਰ ਛੱਡਣ ਦੇ ਨਾਲ ਪਰਮੇਸ਼ਰ ਮਿਲ ਜਾਵੇ। ਕਿਉ ਫਕੀਰ ਪੁਰ ਪੁਰ ਮਹਿ ਆਨ ਦਸ ਫਿਰ ਜਿਹੜੇ ਫਕੀਰ ਹਨ, ਜਿਹੜੇ ਜੰਗਲਾਂ ਵਿੱਚ ਜਾ ਕੇ ਰਹਿੰਦੇ, ਪਹਾੜਾਂ ਵਿੱਚ ਜਾ ਕੇ ਰਹਿੰਦੇ ਆ, ਫਿਰ ਇਹ ਵਾਰ-ਵਾਰ ਕਿਉਂ ਮੁੜ-ਮੁੜ ਕੇ ਨਗਰਾਂ ਦੇ ਵਿੱਚ ਆਉਂਦੇ ਆ, ਫਿਰ ਕਿਉਂ ਗ੍ਰਸਤੀਆਂ ਦੇ ਘਰਾਂ ਵਿੱਚ ਆਉਂਦੇ ਹਨ। ਹਾਟਨ ਪਰ ਬਨਕਨ ਸੋ ਝਗਰੇ ਕਹਿੰਦੇ ਆ ਕੇ ਨਗਰਾਂ ਦੇ ਵਿੱਚ, ਪੁਰੀਆਂ ਦੇ ਵਿੱਚ ਇਹ ਵਿਚਰਦੇ ਆ ਤੇ ਹੱਟੀਆਂ ਦੇ ਉੱਪਰ ਬਾਣੀਆਂ ਦੇ ਨਾਲ ਆ ਕੇ ਝਗੜਦੇ ਹਨ, ਉਹਨਾਂ ਕੋਲੋਂ ਮੰਗਦੇ ਆ ਧਨ। ਜਾਚਤ ਡੋਲਤ ਬਾਸੁਰ ਸਗਰੇ ਤੇ ਸਾਰਾ ਦਿਨ ਹੱਟੀਆਂ ਤੋਂ, ਦੁਕਾਨਾਂ ਤੋਂ, ਬਾਣੀਆਂ ਤੋਂ ਧਨ ਮੰਗਦੇ ਫਿਰਦੇ ਹਨ। ਗੁਰਮੁਖ ਗ੍ਰਹਿਸਤ ਵਿਖੇ ਕਰ ਭਗਤ ਜਿਹੜੇ ਗੁਰਮੁਖ ਹੁੰਦੇ ਆ ਉਹ ਗ੍ਰਸਤ ਜੀਵਨ ਵਿੱਚ ਰਹਿ ਕੇ ਭਗਤੀ ਕਰਦੇ ਹਨ। ਪਾਏ ਮੁਕਤ ਨਹਿ ਜਨਮਤ ਜਗਤ ਕਰਨ ਲੱਗੇ ਉਹ ਮੁਕਤੀ ਪ੍ਰਾਪਤ ਕਰਦੇ ਆ ਅਤੇ ਜਗਤ ਵਿੱਚ ਫਿਰ ਦੁਬਾਰਾ ਜਨਮ ਨਹੀਂ ਲੈਂਦੇ। ਵਾਰ-ਵਾਰ ਉਹਨਾਂ ਨੂੰ ਸੰਸਾਰ ਤੇ ਨਹੀਂ ਆਉਂਦੇ। ਉਹ ਆਪਦੇ ਹੱਥੀਂ ਕਿਰਤ ਕਰਦੇ ਆ, ਸੱਚੀ ਸੁੱਚੀ ਕਿਰਤ ਕਰਕੇ ਆਪਣਾ ਦਸਵੰਧ ਦਿੰਦੇ ਆ, ਗੁਰੂ ਘਰ ਦਰ ਦੀ ਸੇਵਾ ਕਰਦੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਦੇ ਆ, ਜਿਸ ਕਰਕੇ ਉਹ ਮੁਕਤੀ ਨੂੰ ਵੀ ਪ੍ਰਾਪਤ ਕਰ ਲੈਂਦੇ ਆ ਤੇ ਜਨਮ ਮਰਨ ਦੇ ਚੱਕਰ ਤੋਂ ਵੀ ਛੁੱਟ ਜਾਂਦੇ ਹਨ। ਜਿਮ ਜਲ ਮਹਿ ਅਲੇਪ ਅਰਬਿੰਦ ਜਿਵੇਂ ਕਹਿੰਦੇ ਜਲ ਦੇ ਵਿੱਚ ਕਮਲ ਦਾ ਫੁੱਲ ਨਿਰਲੇਪ ਰਹਿੰਦਾ ਹੈ। ਰੱਖ ਹੈ ਊਰਦ ਧਿਆਨ ਦਿਨਿੰਦ ਕਹਿਣ ਲੱਗੇ ਉਹ ਸਾਰਾ ਦਿਨ ਜਿੰਨਾ ਚਿਰ ਸੂਰਜ ਚੜਿਆ ਰਹਿੰਦਾ, ਕਮਲ ਦੇ ਫੁੱਲ ਦਾ ਮੁੱਖ ਜਿਹੜਾ ਹੈ ਉਹ ਸੂਰਜ ਵੱਲ ਰਹਿੰਦਾ, ਉਹ ਪਾਣੀ ਤੋਂ ਉੱਚਾ ਰਹਿੰਦਾ ਹੈ ਤੇ ਆਪਣਾ ਮੁੱਖ ਸੂਰਜ ਵੱਲ ਰੱਖਦਾ ਹੈ। ਐਸੇ ਹੀ ਜਿਹੜੇ ਰੱਬ ਦੇ ਪਿਆਰੇ ਹੈ, ਚਾਹੇ ਉਹ ਕਲਯੁਗ ਵਿੱਚ ਰਹਿੰਦੇ, ਚਾਹੇ ਪਰਿਵਾਰ ਵਿੱਚ ਰਹਿੰਦੇ, ਗ੍ਰਸਤ ਜੀਵਨ ਜਿਉਂਦੇ ਆ, ਪਰ ਲੇਕਿਨ ਆਪਣਾ ਧਿਆਨ ਤੇ ਆਪਣਾ ਮਨੋਰਥ ਉਹ ਹਮੇਸ਼ਾ ਯਾਦ ਰੱਖਦੇ ਆ ਕਿ ਅਸੀਂ ਵਾਹਿਗੁਰੂ ਪਰਮੇਸ਼ਰ ਵਿੱਚ ਅਭੇਦ ਹੋਣਾ ਹੈ। ਸੰਸਾਰ ਦੀ ਖੇਡ ਵਾਹਿਗੁਰੂ ਪਰਮੇਸ਼ਰ ਨੇ ਰਚੀ ਹੈ। ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਪਰਿਵਾਰ ਵਿੱਚ ਰਹਿਣਾ ਤੇ ਆਪਣੀ ਕਿਰਤ ਕਰਨੀ ਉਹ ਆਪਣਾ ਧਰਮ ਸਮਝਦੇ ਆ, ਪਰ ਆਪਣਾ ਪ੍ਰਯੋਜਨ ਵੀ ਯਾਦ ਰੱਖਦੇ ਕਿ ਅਸੀਂ ਇਹ ਸੰਸਾਰ ਤੋਂ ਰੋਜ਼-ਰੋਜ਼ ਜਾ ਰਹੇ ਹਾਂ। ਇਸ ਕਰਕੇ ਇੱਕ ਦਿਨ ਵਾਹਿਗੁਰੂ ਪਰਮੇਸ਼ਰ ਵੀ ਜਾ ਕੇ ਅਭੇਦ ਹੋਣਾ ਹੈ। ਤਿਮ ਗੁਰ ਸਿੱਖ ਕਿਰਤ ਕੋ ਕਰਤੇ ਇਸ ਕਰਕੇ ਭਾਈ ਗੁਰਸਿੱਖਾ, ਉਹ ਗੁਰਸਿੱਖ ਸਾਰੇ ਰਹਿੰਦੇ ਹੋਏ ਸੰਸਾਰ ਵਿੱਚ ਸੱਚੀ ਕਿਰਤ ਕਰਦੇ ਹਨ। ਦੇਕਰ ਸਤ ਸੰਗਤ ਪੁਨ ਵਰਤੇ ਸਤ ਸੰਗਤ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਉਹ ਆਪ ਵਰਤਦੇ ਹਨ। ਹੋਏ ਫਕੀਰ ਜਾਚਤ ਜਬ ਖਾਏ ਕਹਿਣ ਲੱਗੇ ਜੇ ਫਕੀਰ ਹੋ ਕੇ ਫਿਰ ਮੰਗ ਕੇ ਖਾਂਦਾ, ਮੰਗ ਕੇ ਛਕਦਾ ਹੈ। ਜਬ ਤਪ ਨਿਜ ਘਾਟੋ ਤਬ ਪਾਏ ਕਹਿਣ ਲੱਗੇ ਫਕੀਰ ਹੋਵੇ ਤੇ ਫਿਰ ਉਹ ਮੰਗ ਕੇ ਖਾਵੇ, ਉਹਦਾ ਜਿਹੜਾ ਜਪ ਤਪ ਹੈ ਉਹ ਘਟ ਜਾਂਦਾ ਹੈ, ਜਪ ਤਪ ਵਿੱਚ ਘਾਟਾ ਪੈਂਦਾ ਹੈ। ਸੇਵਾ ਕਰਹਿ ਲੇਹ ਸੋ ਤਿਸਤੇ ਕਹਿੰਦੇ ਜਦੋਂ ਕੋਈ ਫਕੀਰ ਆ ਕੇ ਕਿਸੇ ਗ੍ਰਸਤੀ ਦੇ ਘਰ ਵਿੱਚ, ਪਰਿਵਾਰ ਵਿੱਚ ਆ ਕੇ ਪ੍ਰਸ਼ਾਦਾ ਛਕਦਾ ਨਾ, ਜਿਹੜੇ ਪ੍ਰਸ਼ਾਦਾ ਛਕਾਉਣ ਵਾਲੇ ਸੇਵਾਦਾਰ ਹੁੰਦੇ ਆ, ਉਹਨੂੰ ਪ੍ਰਸ਼ਾਦਾ ਛਕਾ ਕੇ ਉਹਦਾ ਜਿਹੜਾ ਬੰਦਗੀ ਹੁੰਦੀ, ਭਜਨ ਸਿਮਰਨ ਹੁੰਦਾ, ਉਹਦਾ ਫਲ ਉਹ ਲੈ ਲੈਂਦੇ ਹਨ। ਖਾਨ ਪਾਨ ਨਿਤ ਕਰਤੋ ਜਿਸਤੇ ਜਿਹੜੇ ਕਹਿੰਦੇ ਫਕੀਰ ਆਪ ਸਿਮਰਨ ਭਜਨ ਕਰਦੇ ਆ ਤੇ ਘਰ ਵਿੱਚ ਰਹਿਣ ਵਾਲਾ ਜਿਹੜਾ ਉਹਦੀ ਸੇਵਾ ਕਰਦਾ, ਉਹਦੇ ਕੋਲੋਂ ਰੋਜ਼ ਉਹਦੇ ਭਜਨ ਸਿਮਰਨ ਦਾ, ਸੇਵਾ ਦਾ ਮੁੱਲ ਉਹ ਲੈ ਲੈਂਦਾ ਹੈ। ਗ੍ਰਸਤੀ ਆਪਣੋ ਪੁੰਨ ਨਾ ਦੇਤ ਪਰ ਜਿਹੜੇ ਘਰ ਵਿੱਚ ਰਹਿਣ ਵਾਲੇ, ਗ੍ਰਸਤ ਜੀਵਨ ਜਿਉਣ ਵਾਲੇ ਗੁਰਸਿੱਖ ਹੈ, ਉਹ ਆਪਣਾ ਪੁੰਨ ਕਿਸੇ ਨੂੰ ਨਹੀਂ ਦਿੰਦੇ। ਸੇਵਾ ਠਾਨ ਅਪਰ ਤੇ ਲੇਤ ਸਗੋਂ ਦੂਸਰਿਆਂ ਦੀ ਸੇਵਾ ਕਰਕੇ, ਫਕੀਰਾਂ ਦੀ ਸੇਵਾ ਕਰਕੇ ਉਹਨਾਂ ਕੋਲੋਂ ਪੁੰਨ ਲੈ ਲੈਂਦੇ ਹਨ। ਜਥਾ ਧੇਨ ਕੋ ਘਾਸ ਖੁਲਾਵੈ ਜਿਵੇਂ ਕਹਿੰਦੇ ਵੀ ਆਪਾਂ ਗਾਂ ਨੂੰ, ਮੱਝ ਨੂੰ ਘਾਹ ਖਵਾ ਕੇ, ਪੱਠੇ ਪਾ ਕੇ, ਤਿਸ ਕੋ ਪਲਟੋ ਪੈ ਪੁਨ ਭਾਵੈ ਉਹਦਾ ਕਹਿੰਦੇ ਆਪਾਂ ਦੁੱਧ ਚੋ ਲੈਂਦੇ ਹਾਂ। ਤਿਮ ਜੱਗਾ ਲਿਓ ਸਮਝ ਵਿਸਾਲਾ ਇਸ ਕਰਕੇ ਭਾਈ ਜੱਗੇ ਨਾਂ ਦੇ ਗੁਰਸਿੱਖ ਨੂੰ ਉਪਦੇਸ਼ ਕਰਦੇ ਆ, ਭਾਈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ। ਜਿਹੜਾ ਫਕੀਰ ਹੈ, ਜਿਹੜਾ ਉਹਦੀ ਉਹ ਸੇਵਾ ਕਰਦਾ, ਉਹਦਾ ਸੇਵਾ ਕਰਨ ਦਾ ਫਲ ਉਹਦੇ ਜਪ ਤਪ ਵਿੱਚੋਂ ਜਾਂਦਾ। ਜਿਹੜਾ ਉਹ ਸਿਮਰਨ ਭਜਨ ਕਰਦਾ, ਬਾਣੀ ਪੜ੍ਹਦਾ, ਉਹਦੇ ਵਿੱਚੋਂ ਹਿੱਸਾ ਉਹਨੂੰ ਦੇਣਾ ਪੈਂਦਾ। ਫਿਰ ਕੋਈ ਵੀ ਆਦਮੀ ਜਿਹੜਾ ਭਜਨ ਸਿਮਰਨ ਕਰਨ ਵਾਲਾ, ਉਹਦੀ ਜਿਹੜਾ ਆਦਮੀ ਸੇਵਾ ਕਰਦਾ, ਉਹਨੂੰ ਪ੍ਰਸ਼ਾਦਾ ਛਕਾਉਂਦਾ, ਉਹਦੇ ਵਸਤਰ ਧੋਂਦਾ, ਉਹ ਹੋਰ ਕੋਈ ਸੇਵਾ ਕਰਦਾ ਉਹਦੀ,
ਉਹਦੇ ਜਪ ਤਪ ਦਾ ਹਿੱਸਾ ਸੇਵਾ ਕਰਨ ਵਾਲੇ ਨੂੰ ਪ੍ਰਾਪਤ ਹੋ ਜਾਂਦਾ ਹੈ। ਗ੍ਰਸਤ ਧਰਮ ਮੁਖ ਹੈ ਕਲ ਕਾਲ। ਪਰ ਕਹਿੰਦੇ ਚੰਗੀ ਤਰ੍ਹਾਂ ਸਮਝ ਲਵੋ ਕਿ ਕਲਯੁਗ ਦੇ ਵਿੱਚ ਜਿਹੜਾ ਗ੍ਰਸਤ ਧਰਮ ਹੈ ਸਭ ਤੋਂ ਸ੍ਰੇਸ਼ਟ ਹੈ। ਤਨ ਤੇ ਕ੍ਰਿਤ ਕਰਹੁ ਸੰਤ ਸੇਵਾ। ਇਸ ਕਰਕੇ ਭਾਈ ਇਹ ਗ੍ਰਸਤ ਜੀਵਨ ਵਿੱਚ ਰਹਿੰਦਿਆਂ ਹੋਇਆਂ ਇਹ ਸਰੀਰ ਦੇ ਨਾਲ ਕਿਰਤ ਕਰੋ ਅਤੇ ਰੱਬ ਦੇ ਪਿਆਰਿਆਂ ਦੀ ਸੇਵਾ ਕਰੋ। ਮਨ ਤੇ ਭਗਤ ਕਰਹੁ ਹਰ ਦੇਵਾ। ਅਤੇ ਮਨ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ। ਇਸ ਤੇ ਸ਼ੀਘਰ ਲਹੈ ਕਲਿਆਣ। ਐਸਾ ਕਰਨ ਦੇ ਨਾਲ ਛੇਤੀ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਕਲਿਆਣ ਪ੍ਰਾਪਤ ਹੋ ਜਾਂਦੀ ਹੈ। ਤਜਹੁ ਨਾ ਸਦਨ ਠਾਨ ਗੁਰ ਧਿਆਨ। ਕਹਿਣ ਲੱਗੇ ਘਰ ਛੱਡ ਕੇ ਜਾਣ ਦੀ ਲੋੜ ਨਹੀਂ, ਆਪਣਾ ਜਿਹੜਾ ਧਿਆਨ ਹੈ ਗੁਰੂ ਵੱਲ ਲਾ ਕੇ ਰੱਖੋ। ਸੁਨ ਕਰ ਸੀਖ ਹਿਰਦੇ ਤਿਨ ਧਾਰੀ। ਐਸਾ ਸੁਣ ਕੇ ਭਾਈ ਜੱਗੇ ਨਾਂ ਦੇ ਸਿੱਖ ਨੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਪਾਵਨ ਸਿੱਖਿਆ ਹਿਰਦੇ ਵਿੱਚ ਧਾਰਨ ਕਰ ਲਈ ਹੈ। ਕਿਰਤ ਭਗਤ ਕਰਨੀ ਸੁਖਕਾਰੀ। ਸੁੱਖਾਂ ਦੀ ਕਾਰ ਜਿਹੜੀ ਕਿਰਤ ਹੈ ਅਤੇ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਕਰਨੀ ਸਮਝ ਲਈ ਹੈ। ਮਾਨ ਭਲੋ ਤਬ ਕਰਬੇ ਲਾਗਾ। ਗੁਰੂ ਮਹਾਰਾਜ ਸਾਹਿਬ ਦੀ ਸਿੱਖਿਆ ਭਲੀ ਪ੍ਰਕਾਰ ਮੰਨ ਕੇ ਮਹਾਰਾਜ ਸਾਹਿਬ ਜੀ ਦਾ ਹੁਕਮ ਮੰਨ ਕੇ ਕਰਨ ਲੱਗ ਗਿਆ ਹੈ। ਗੁਰ ਕੀ ਸੇਵ ਲਗਿਓ ਵੱਡ ਭਾਗਾ। ਵੱਡੇ ਭਾਗਾਂ ਵਾਲਾ ਸਤਿਗੁਰੂ ਦੀ ਸੇਵਾ ਵਿੱਚ ਲੱਗ ਗਿਆ। ਖਾਨੂ ਅਰ ਮਾਈਆ ਪਿਤ ਪੂਤ। ਕਹਿਣ ਲੱਗੇ ਭਾਈ ਖਾਨੂ ਤੇ ਭਾਈ ਮਾਈਆ ਦੋਵੇਂ ਪਿਓ ਪੁੱਤਰ ਸਨ। ਤੀਨੋ ਸਤਿਗੁਰ ਦਰਸ਼ਨ ਪੂਤ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਆ ਕੇ ਦੋਵਾਂ ਪਿਓ ਪੁੱਤਰਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਤੀਸਰ ਮਿਲ ਗੋਬਿੰਦ ਭੰਡਾਰੀ। ਤੀਸਰਾ ਗੁਰਸਿੱਖ ਗੋਬਿੰਦ ਭੰਡਾਰੀ ਨਾਂ ਦਾ ਉਹਨਾਂ ਨਾਲ ਆਇਆ ਹੈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਬਿਨਾ ਕੀਨ ਹਮ ਸ਼ਰਨ ਤੁਮਾਰੀ। ਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਆਪ ਜੀ ਦੇ ਸ਼ਰਨ ਆਏ ਹਾਂ। ਐਸੋ ਗੁਣ ਕੀਜਹਿ ਉਪਦੇਸ਼। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਦੇ ਆ, ਸਤਿਗੁਰੂ ਜੀ ਸਾਨੂੰ ਐਸੇ ਗੁਣਾ ਵਾਲਾ ਪਾਵਨ ਉਪਦੇਸ਼ ਬਖਸ਼ੋ ਜਿਸ ਮਹਿ ਗੁਣ ਹੋਏ ਭਲੇ ਅਸ਼ੇਸ਼। ਕਹਿਣ ਲੱਗੇ ਵੀ ਜਿਸ ਗੁਣ ਨੂੰ ਧਾਰਨ ਕਰਨ ਦੇ ਨਾਲ, ਜਿਸ ਉਪਦੇਸ਼ ਨੂੰ ਧਾਰਨ ਕਰਨ ਦੇ ਨਾਲ ਸਾਡੇ ਹਿਰਦੇ ਵਿੱਚ ਭਲੇ ਗੁਣ ਆ ਜਾਣ, ਚੰਗੇ ਗੁਣ ਆ ਜਾਣ। ਸੁਨ ਸਤਿਗੁਰ ਕਹੈ ਵਿੱਚ ਇਸ ਜਗਤ। ਗੁਰੂ ਮਹਾਰਾਜ ਸਾਹਿਬ ਜੀ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਭਾਈ ਇਹ ਜਗਤ ਵਿੱਚ, ਇਹ ਸੰਸਾਰ ਦੇ ਵਿੱਚ ਸਕਲ ਗੁਣਨ ਕੋ ਗੁਣ ਹਰ ਭਗਤ। ਇਹ ਸਾਰੇ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਉਹ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਹੈ। ਭਗਤ ਕਰਤ ਸਗਰੇ ਗੁਣ ਪਾਵੈ। ਸਤਿਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅਸਲੀ ਉਪਦੇਸ਼ ਇਹ ਹੈ, ਜਿਹੜੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰਦੇ ਆ ਉਹਨਾਂ ਅੰਦਰ ਆਪਣੇ ਆਪ ਹੀ ਸਾਰੇ ਗੁਣ ਪੈਦਾ ਹੋ ਜਾਂਦੇ ਹਨ। ਗੁਣ ਨਿਧਾਨ ਭਗਵਾਨ ਰਜਾਵੈ। ਕਿਉਂਕਿ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਹੈ। ਜਦੋਂ ਭਜਨ ਸਿਮਰਨ ਕਰਕੇ ਸੇਵਾ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਖੁਸ਼ ਕਰ ਲੈਂਦੇ ਤੇ ਗੁਣਾਂ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਗੁਣ ਕਰਤਾ ਜਬ ਹੀ ਬਸ ਹੋਏ। ਜਦੋਂ ਗੁਣਾਂ ਦਾ ਦਾਤਾ ਵਾਹਿਗੁਰੂ ਪਰਮੇਸ਼ਰ ਵਸ ਹੋ ਜਾਵੇ, ਦੁਰਲਭ ਗੁਣ ਪੁਨ ਰਹਿ ਨਾ ਕੋਏ। ਫਿਰ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਵੱਡਾ ਕੋਈ ਦੁਰਲਭ ਗੁਣ ਬਾਕੀ ਨਹੀਂ ਰਹਿ ਜਾਂਦਾ। ਬੂਝਨ ਲਗੇ ਭਗਤ ਕਿਸ ਰੀਤ। ਤਿੰਨੇ ਜਾਣੇ ਭਾਈ ਖਾਨੂ ਵੀ, ਭਾਈ ਮਾਈਆ ਵੀ ਤੇ ਭਾਈ ਗੋਬਿੰਦ ਭੰਡਾਰੀ ਤਿੰਨੇ ਗੁਰਸਿੱਖ ਮਹਾਰਾਜ ਨੂੰ ਪੁੱਛਣ ਲੱਗੇ, ਮਹਾਰਾਜ ਫਿਰ ਦੱਸੋ ਜੀ ਹੁਣ ਅਸੀਂ ਫਿਰ ਭਗਤੀ ਕਿਵੇਂ ਕਰੀਏ, ਕਿਵੇਂ ਵਾਹਿਗੁਰੂ ਪਰਮੇਸ਼ਰ ਨੂੰ ਅਰਾਧੀਏ। ਕਰਹੁ ਬਤਾਵਨ ਉਪਜਹਿ ਪ੍ਰੀਤ। ਮਹਾਰਾਜ ਸਾਹਿਬ ਜੀ ਸਾਨੂੰ ਸਮਝਾਵੋ ਕਿ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਕਰਨ ਵਾਸਤੇ ਪ੍ਰੇਮ ਹੈ, ਜਿਹੜੀ ਪ੍ਰੀਤੀ ਹੈ ਉਹ ਕਿਵੇਂ ਪੈਦਾ ਹੋਵੇ। ਤਬ ਸਤਿਗੁਰ ਨੇ ਕਹਿਓ 부ਝਾਈ। ਗੁਰੂ ਮਹਾਰਾਜ ਸਾਹਿਬ ਜੀ ਨੇ ਭਗਤੀ ਦਾ ਪ੍ਰੇਮ ਕਿਵੇਂ ਪੈਦਾ ਹੁੰਦਾ ਹੈ ਸਮਝਾਉਂਦੇ ਹਨ। ਨਵਦਾ ਭਗਤ ਏਕ ਸੁਖਦਾਈ। ਮਹਾਰਾਜ ਕਹਿੰਦੇ ਭਾਈ ਭਗਤੀ 9 ਪ੍ਰਕਾਰ ਦੀ ਹੈ। ਪਹਿਲੀ ਭਗਤੀ ਜਿਹੜੀ ਉਹ ਸੁਖਦਾਈ ਹੈ। ਦੂਜੇ ਪ੍ਰੇਮਾ ਭਗਤ ਵਿਚਾਰੀ। ਦੂਜੇ ਪ੍ਰਕਾਰ ਦੀ ਪ੍ਰੇਮਾ ਭਗਤੀ ਹੈ ਵਿਚਾਰ ਲਵ। ਪਰਾ ਭਗਤ ਤ੍ਰਿਤੀਏ ਨਿਰਧਾਰੀ। ਅਤੇ ਤੀਸਰੀ ਪਰਾ ਭਗਤੀ ਹੈ, ਇਹਦਾ ਨਿਰਣਾ ਕਰਕੇ ਜਾਣ ਲਵ। ਪ੍ਰਥਮ ਸੁਨਹੁ ਨਵਦਾ ਕੇ ਭੇਦ। ਕਹਿਣ ਲੱਗੇ ਮਹਾਰਾਜ ਸਾਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿ ਸੁਖਦਾਈ ਭਗਤੀ, ਪ੍ਰੇਮਾ ਭਗਤੀ, ਪਰਾ ਭਗਤੀ ਇਹ ਕੀ ਚੀਜ਼ ਹੈ।
ਮਹਾਰਾਜ ਕਹਿੰਦੇ ਅੱਛਾ ਭਾਈ, ਪਹਿਲਾਂ ਇਹ 9 ਪ੍ਰਕਾਰ ਦੀ ਜਿਹੜੀ ਭਗਤੀ ਆ ਉਹਦਾ ਭੇਦ ਸੁਣ ਲਵ। ਪ੍ਰਾਪਤ ਭਏ ਬਿਨਾਸ਼ ਹੈ ਖੇਦ। ਕਿ ਜਿਹਨੂੰ ਇਹ 9 ਪ੍ਰਕਾਰ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਉਹਦੇ ਸਾਰੇ ਜਨਮਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਆ। ਉਹ ਕੋਈ ਸ਼ੰਕਾ ਨਹੀਂ ਐਸਾ ਰਹਿ ਜਾਂਦਾ ਕਿ ਉਹਦਾ ਸੰਸਾਰ ਤੋਂ ਪਾਰ ਉਤਾਰਾ ਨਾ ਹੋਵੇ। ਸ਼ਰਧਾ ਸਹਿਤ ਗੁਰੂ ਕੀ ਬੈਨ। ਮਨ ਅਤੇ ਫਿਰ ਜਿਹੜੇ ਨੈਣ ਆ, ਸਾਡੇ ਨੇਤਰ ਆ, ਉਹ ਗੁਰੂ ਮਹਾਰਾਜ ਸ਼ਰਵਣ ਕਰਹਿ ਸਨਮੁਖ ਮਨ ਨੈਣ। ਜਦੋਂ ਅਸੀਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ ਨਾ, ਮਹਾਰਾਜ ਕਹਿੰਦੇ ਪਹਿਲਾਂ ਇਹ ਸਿੱਖਣਾ ਕੰਮ ਆ ਕੇ ਇੱਥੇ ਆਪਣਾ ਮਨ ਵੀ ਤੇ ਆਪਣੇ ਨੇਤਰ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਰੱਖਣੇ ਆ। ਅੱਖਾਂ ਬੰਦ ਕਰਕੇ ਬੈਠਣਾ। ਜਿਹੜੇ ਸਾਡੇ ਅੰਦਰਲੇ ਨੇਤਰ ਆ, ਅੱਖਾਂ ਬਾਹਰ ਖੁੱਲੀਆਂ, ਇੱਧਰ ਉੱਧਰ ਅਸੀਂ ਦੇਖਦੇ ਰਹਿੰਦੇ, ਮਨ ਸਾਡਾ ਦੌੜਿਆ ਫਿਰਦਾ ਰਹਿੰਦਾ। ਕਹਿੰਦੇ ਪਹਿਲਾ ਕੰਮ ਇਹ ਕਰਨਾ ਬਈ ਅਸੀਂ ਆਪਣਾ ਮਨ ਵੀ ਤੇ ਅੰਤਰ ਨੇਤਰ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਰੱਖਣੇ, ਸਰਦਾ ਦੇ ਸਹਿਤ। ਦੁਤੀਏ ਕਥਾ ਕੀਰਤਨ ਕਰਨੇ। ਕਹਿਣ ਲੱਗੇ ਵੀ ਮਨ ਗੁਰੂ ਸਾਹਿਬ ਜੀ ਦੇ ਸਨਮੁਖ ਰੱਖ ਕੇ ਐਨ ਇਕਾਗਰ ਹੋ ਕੇ ਬੈਠਣਾ ਤੇ ਜਿਹੜਾ ਕਥਾ ਕੀਰਤਨ ਹੋ ਰਿਹਾ ਹੈ ਦਰਬਾਰ ਵਿੱਚ ਸੰਗਤ ਵਿੱਚ, ਨੀਕੇ ਪ੍ਰਭ ਕੇ ਗੁਣ ਗਨ ਬਰਨੇ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਵਰਣਨ ਹੋ ਰਹੇ ਹੈ, ਚਾਹੇ ਅਸੀਂ ਕਥਾ ਕੀਰਤਨ ਕਰਦੇ ਹੋਈਏ, ਬਾਣੀ ਪੜ੍ਹਦੇ ਹੋਈਏ, ਉਸ ਵੇਲੇ ਵੀ ਮਹਾਰਾਜ ਦੇ ਸਨਮੁਖ ਰੱਖਣਾ ਆਪਣੇ ਆਪ ਨੂੰ। ਚਾਹੇ ਅਸੀਂ ਸੁਣਦੇ ਹੋਈਏ, ਉਦੋਂ ਵੀ ਗੁਰੂ ਮਹਾਰਾਜ ਸਾਹਿਬ ਜੀ ਦੇ ਆਪਣੇ ਆਪ ਨੂੰ ਸਨਮੁਖ ਰੱਖਣਾ। ਗੁਰੂ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ। ਜਿਵੇਂ ਕਲਾਸ ਦੇ ਵਿੱਚ ਵਿਦਿਆਰਥੀ, ਜਿਹੜੇ ਵਿਦਿਆਰਥੀ ਆਪਣੇ ਟੀਚਰ ਨੂੰ ਹਾਜ਼ਰ ਸਮਝਦੇ ਹੁੰਦੇ ਆ ਕਲਾਸ ਵਿੱਚ, ਜਮਾਤ ਵਿੱਚ, ਉਹ ਆਰਾਮ ਨਾਲ ਟਿਕ ਕੇ ਬੈਠਦੇ ਆ ਤੇ ਗੱਲ ਸੁਣਦੇ ਹੁੰਦੇ ਆ ਵੀ ਟੀਚਰ ਕੀ ਕਹਿ ਰਿਹਾ। ਜਿਹੜੇ ਵਿਦਿਆਰਥੀ ਸਮਝਦੇ ਆ ਕਿ ਗੈਰ ਹਾਜ਼ਰ ਮੌਜੂਦਗੀ ਨਹੀਂ ਸਮਝਦੇ ਆਪਣੇ ਅੰਦਰ, ਉਹਨਾਂ ਦਾ ਧਿਆਨ ਹੀ ਨਹੀਂ ਹੁੰਦਾ ਕਿ ਜਿਹੜਾ ਟੀਚਰ ਆ ਉਹ ਕੀ ਕਹਿ ਰਿਹਾ। ਐਸੇ ਅਸੀਂ ਗੁਰੂ ਦਰਬਾਰ ਵਿੱਚ ਬੈਠੇ ਹੋਏ ਵੀ ਬਾਹਰ ਕਿਤੇ ਦੌੜੇ ਫਿਰਦੇ ਹਾਂ। ਅੱਜ ਦਮਦਮਾ ਸਾਹਿਬ ਤਲਵੰਡੀ ਸਾਹਿਬ ਜੀ ਦੀ ਸਾਖੀ ਹੈ ਨਾ, ਤਲਵੰਡੀ ਸਾਬੋ ਦੀ, ਕਿ ਜਿਹੜੇ ਸਿੱਖ ਚੱਲ ਗਏ ਸੀ ਬਾਹਰ ਤਮਾਸ਼ਾ ਦੇਖਣ ਵਾਸਤੇ, ਡਰਾਮਾ ਦੇਖਣ ਵਾਸਤੇ। ਉਹ ਡਰਦੇ ਰਹੇ ਜਾ ਕੇ ਉੱਥੇ ਵੀ ਗੁਰੂ ਮਹਾਰਾਜ ਨੂੰ ਜੇ ਪਤਾ ਲੱਗ ਗਿਆ ਤਾਂ ਸਵੇਰ ਨੂੰ ਪਤਾ ਨਹੀਂ ਕੀ ਬਣਨਾ। ਤੇ ਜਿਹੜੇ ਨਹੀਂ ਗਏ ਸਨ ਪਹਿਰੇ ਤੇ ਖੜੇ, ਉਹ ਇਹ ਸੋਚਦੇ ਰਹੇ ਵੀ ਚੰਗੇ ਹੁੰਦੇ ਚਲੇ ਜਾਂਦੇ, ਕਿੰਨਾ ਵਧੀਆ ਸੀ ਉਹ ਡਰਾਮਾ, ਉਹ ਜਿਹੜਾ ਤਮਾਸ਼ਾ ਹੋ ਰਿਹਾ ਸੀ। ਸਵੇਰੇ ਮਹਾਰਾਜ ਸਾਹਿਬ ਜੀ ਨੇ ਕਹਿ ਦਿੱਤਾ, ਜੋ ਭਾਈ ਜਿਹੜੇ ਹਾਜ਼ਰ ਸਨ ਉਹ ਗਏ ਹਾਜ਼ਰ, ਤੇ ਜਿਹੜੇ ਗਏ ਹਾਜ਼ਰ ਸਨ ਉਹ ਹਾਜ਼ਰ। ਕਿਉਂਕਿ ਜਿਹੜੇ ਗੁਰੂ ਸਾਹਿਬ ਜੀ ਦੇ ਪਹਿਰੇ ਤੇ ਖੜੇ, ਉਹ ਮਨ ਕਰਕੇ ਤਮਾਸ਼ਾ ਦੇਖਦੇ ਰਹੇ, ਡਰਾਮਾ ਦੇਖਦੇ ਰਹੇ। ਜਿਹੜੇ ਡਰਾਮਾ ਦੇਖਣ ਗਏ ਸੀ ਉਹ ਸਰੀਰ ਜ਼ਰੂਰ ਰਿਹਾ, ਪਰ ਮਨ ਉਹਨਾਂ ਦਾ ਗੁਰੂ ਸਾਹਿਬ ਕੋਲੇ ਰਿਹਾ, ਡਰਦੇ ਰਹੇ। ਕਈ ਵਾਰ ਅਸੀਂ ਗੁਰੂ ਦਰਬਾਰ ਵਿੱਚ ਹੁੰਦੇ ਵੀ ਗਏ ਹਾਜ਼ਰ ਹੋ ਜਾਂਦੇ, ਸਰੀਰ ਹਾਜ਼ਰ ਹੁੰਦਾ ਸਾਡਾ, ਪਤਾ ਨਹੀਂ ਕਿੱਥੇ ਕਿੱਥੇ ਦੌੜਿਆ ਫਿਰਦਾ ਰਹਿੰਦਾ ਇਹ ਮਨ। ਸੋ ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇਹ ਆ ਪਹਿਲਾ ਜਿਹੜਾ ਭਗਤੀ ਦਾ ਗੁਣ, ਕਿ ਮਨ ਤੇ ਨੇਤਰ ਸਾਡੇ ਕੰਨ ਜਿਹੜੇ ਆ ਉਹ ਗੁਰੂ ਨੂੰ ਸਨਮੁਖ ਜਾਣ ਕੇ, ਗੁਰੂ ਸਾਹਿਬ ਜੀ ਨੂੰ ਪ੍ਰਤੱਖ ਜਾਣ ਕੇ, ਗੁਰੂ ਮਹਾਰਾਜ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਗੁਰੂ ਸਾਹਿਬ ਜੀ ਦਾ ਕਥਾ ਕੀਰਤਨ ਗੁਰਬਾਣੀ ਇਹ ਸੁਣਨੀ ਹੈ। ਤ੍ਰਿਤੀਏ ਸਤ ਨਾਮ ਸਿਮਰੰਤੇ। ਕਹਿੰਦੇ ਤੀਸਰਾ ਹੈ ਵੀ ਸੱਚਾ ਨਾਮ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ, ਜੋ ਸਾਨੂੰ ਪੰਜ ਪਿਆਰੇ ਨੇ ਦਿੱਤਾ, ਮੂਲ ਮੰਤਰ, ਗੁਰ ਮੰਤਰ, ਜਾਂ ਜੋ ਅਸੀਂ ਸਿਮਰਦੇ ਹਾਂ ਉਹਦਾ ਸਿਮਰਨ ਕਰਨਾ ਹੈ। ਬਿਨਾ ਭਜਨ ਨਹਿ ਸਮਾ ਬਿਤੰਤੇ। ਆਪਣੇ ਜੀਵਨ ਦੇ ਸਮੇਂ ਨੂੰ ਇੱਕ ਇੱਕ ਸਵਾਸ ਨੂੰ ਕੀਮਤੀ ਜਾਣਦੇ ਹੋਏ ਕੋਈ ਵੀ ਸਵਾਸ ਜਿਹੜਾ ਉਹ ਵਿਅਰਥ ਨਹੀਂ ਗਵਾਉਣਾ। ਬਿਨਾਂ ਵਾਹਿਗੁਰੂ ਪਰਮੇਸ਼ਰ ਦੇ ਭਜਨ ਤੋਂ ਸਮਾਂ ਨਹੀਂ ਬਤੀਤ ਕਰਨਾ ਹੈ। ਸਵਾਸਨ ਸੰਗ ਸੋ ਨਾਮ ਮਿਲਾਵੈ। ਕਹਿੰਦੇ ਜਿਹੜੇ ਆਪਣੇ ਸਵਾਸਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮਿਲਾ ਕੇ ਵਾਹਿਗੁਰੂ ਵਾਹਿਗੁਰੂ ਜਪਦੇ ਆ। ਉਠਤ ਬੈਠਤ ਨਹਿ ਬਿਸਰਾਵੈ। ਉੱਠਦਿਆਂ ਬਹਿੰਦਿਆਂ ਇੱਕ ਖਿਣ ਮਾਤਰ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਿਸਾਰਦੇ ਨਹੀਂ ਹਨ। ਚੌਥੇ ਸਤਿਗੁਰ ਕੈ ਭਗਵਾਨ। ਕਹਿੰਦੇ ਚੌਥੇ ਪ੍ਰਕਾਰ ਦੀ ਇਹ ਭਗਤੀ ਹੈ ਕਿ ਵਾਹਿਗੁਰੂ ਪਰਮੇਸ਼ਰ ਨੂੰ, ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣੋ ਔਰ ਕਰਤਾ ਧਰਤਾ ਸ੍ਰਿਸ਼ਟੀ ਦਾ ਮਾਲਕ, ਸਾਰਾ ਕੁਝ ਕਰਨ ਵਾਲਾ, ਸਾਨੂੰ ਸਵਾਸ ਬਖਸ਼ਣ ਵਾਲਾ, ਨਿਗਾਹ ਅੱਖਾਂ ਦੀ ਦੇਣ ਵਾਲਾ, ਕੰਨਾਂ ਦੀ ਸ਼ਰਵਣ ਸ਼ਕਤੀ ਵਾਲਾ, ਸਰੀਰ ਨੂੰ ਚੇਤਨ ਸੱਤਾ ਦੇਣ ਵਾਲਾ,
ਔਰ ਰਤੇ ਰਤੇ ਵਿੱਚ ਵਿਆਪਕ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਜਾਣੋ। ਥਾਨ ਹੈ ਚਰਨ ਕਮਲ ਕੋ ਧਿਆਨ, ਰਤੀ ਰਤੀ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਵਿਆਪਕ ਜਾਣ ਕੇ ਹਰ ਇੱਕ ਚੀਜ਼ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਧਿਆਨ ਧਾਰਨ ਕਰ। ਕੈ ਸੰਤਨ ਕੀ ਚਰਨ ਪਖਾਰੈ, ਤੇ ਜਿਹੜੇ ਰੱਬ ਦੇ ਪਿਆਰੇ ਹਨ ਵਾਹਿਗੁਰੂ ਪਰਮੇਸ਼ਰ ਨੂੰ ਆਰਾਧਨ ਵਾਲੇ, ਉਹਨਾਂ ਦਾ ਪਾਵਨ ਉਪਦੇਸ਼ ਵੀ ਸੁਣੋ। ਸ਼ਰਧਾ ਤੇ ਚਰਨਾਮ੍ਰਿਤ ਧਾਰੈ, ਗੁਰੂ ਦੀ ਹਜ਼ੂਰੀ ਵਿੱਚ ਆ ਕੇ ਸ਼ਰਧਾ ਦੇ ਨਾਲ ਚਰਨ ਅੰਮ੍ਰਿਤ ਲੈਣਾ, ਕਿਉਂਕਿ ਉਸ ਵੇਲੇ ਚਰਨ ਅੰਮ੍ਰਿਤ ਦੀ ਪ੍ਰਥਾ ਸੀ। ਹੁਣ ਸਮਾਂ ਹੈ ਕਿ ਗੁਰੂ ਘਰ ਵਿੱਚੋਂ ਅਸੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ। ਜਦੋਂ ਸਮਾਂ ਮਿਲੇ ਕਦੇ ਵੀ ਸਮਾਂ ਨਾ ਗਵਾਵੋ, ਉਮਰ ਚਾਹੇ ਕੈਸੀ ਵੀ ਹੋਵੇ। ਕਈ ਵਾਰ ਸਾਡੇ ਮਨ ਵਿੱਚ ਹੁੰਦਾ ਕੋਈ ਨਹੀਂ, ਹਜੇ ਕਿਹੜਾ ਉਮਰ ਹੈ ਅੰਮ੍ਰਿਤ ਛਕਣ ਦੀ। ਭਾਈ ਇਹ ਵੀ ਉਮਰ ਨਹੀਂ ਸਾਡੇ ਹੱਥ ਵਿੱਚ ਕਿ ਅਸੀਂ ਕਿੰਨਾ ਸਮਾਂ ਜਿਉਣਾ ਹੈ। ਪਤਾ ਨਹੀਂ ਇੱਕ ਸਵਾਸ ਆਉਣਾ। ਜਿਸ ਆਦਮੀ ਨੂੰ ਇਹੀ ਨਾ ਪਤਾ ਹੋਵੇ ਮੇਰੀ ਉਮਰ ਹੈ ਕਿੰਨੀ, ਤੇ ਉਹ ਆਦਮੀ ਇਹ ਕਹੇ ਕਿ ਜਦੋਂ ਸਮਾਂ ਆਇਆ ਉਦੋਂ ਛਕ ਲਵਾਂਗੇ, ਮੈਨੂੰ ਲੱਗਦਾ ਕਿ ਇਸ ਤੋਂ ਵੱਡੀ ਮੂਰਖਤਾ ਹੀ ਤੇ ਅੰਧਕੋਰ ਕੋਈ ਨਹੀਂ ਹੋ ਸਕਦਾ। ਕਿ ਜੇ ਸਾਨੂੰ ਪਤਾ ਹੀ ਨਹੀਂ ਕਿ ਸਾਨੂੰ ਇੱਕ ਸਵਾਸ ਵੀ ਨਹੀਂ ਆਉਣਾ, ਤੇ ਦਾਵਾ ਕਿਸ ਗੱਲ ਦਾ ਕਰਦੇ ਆ ਕਿ ਜਦੋਂ ਸਮਾਂ ਆਵੇਗਾ ਫਿਰ ਛਕਾਂਗੇ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਸਮਾਂ ਆਉਣ ਤੇ ਸ਼ਰਧਾ ਧਾਰ ਕੇ ਪ੍ਰੇਮ ਧਾਰ ਕੇ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਗੁਰੂ ਘਰ ਦਰ ਤੋਂ ਅੰਮ੍ਰਿਤ ਦੀ ਚਰਨ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ। ਪੰਚਮ ਕਰਹਿ ਆਹਾਰ ਭਲੇਰੇ, ਪੰਜਵਾਂ ਭਗਤੀ ਦਾ ਗੁਣ ਇਹ ਹੈ ਕਿ ਭੋਜਨ ਕਰਨ ਲੱਗੇ ਜਦੋਂ ਵੀ ਪ੍ਰਸ਼ਾਦਾ ਛਕਣਾ ਹੈ। ਪ੍ਰਥਮ ਅਰਪ ਹਰ ਗੁਰੂ ਅਗੇਰੇ, ਪਹਿਲਾਂ ਕਹਿੰਦੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਅਰਪਣ ਕਰਨਾ ਹੈ ਕਿ ਅਰਦਾਸ ਕਰਨੀ ਹੈ। ਇਹ ਮਰਜ਼ਾਦਾ ਹੁੰਦੀ ਸੀ ਪਹਿਲਾਂ ਗੁਰੂ ਘਰਾਂ ਦੇ ਵਿੱਚ। ਜਦੋਂ ਵਿਦਿਆ ਪੜ੍ਹਦੇ ਵਿਦਿਆਰਥੀ ਉਹਨਾਂ ਨੂੰ ਸਿਖਾਇਆ ਜਾਂਦਾ ਕਿ ਜਦੋਂ ਪ੍ਰਸ਼ਾਦਾ ਛਕਣਾ ਹੈ ਪਹਿਲਾਂ ਸ਼ਲੋਕ ਪੜ੍ਹਨਾ ਹੈ, ਅਰਦਾਸ ਕਰਨੀ ਹੈ ਗੁਰੂ ਸਾਹਿਬ ਜੀ ਨੂੰ ਕਿ ਇਹ ਮਹਾਰਾਜ ਸਾਹਿਬ ਜੀ ਇਤਨੇ ਔਗਣ ਕਰਨ ਵਾਲਾ ਇਹ ਜੀਵ ਹੈ ਜਿਹੜਾ, ਤੁਸੀਂ ਇਹਦੇ ਔਗਣ ਨਾ ਚਿਤਾਰਦੇ ਹੋਏ ਫਿਰ ਵੀ ਇਹਨੂੰ ਇਹ ਪ੍ਰਸ਼ਾਦੇ ਦੀ ਦਾਤ ਬਖਸ਼ਦੇ ਹੋ। ਤੁਸੀਂ ਦਇਆਵਾਨ ਹੋ, ਮਹਾਰਾਜ ਪ੍ਰਸ਼ਾਦੇ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਪਹਿਲਾਂ ਆਪ ਜੀ ਛਕੋ ਪ੍ਰਸ਼ਾਦਾ। ਸੋ ਇਸ ਕਰਕੇ ਹੈ ਮਹਾਰਾਜ ਕਹਿੰਦੇ ਪੰਜਵੇਂ ਪ੍ਰਕਾਰ ਦੀ ਇਹ ਭਗਤੀ ਹੈ ਭਾਈ। ਜਦੋਂ ਪ੍ਰਸ਼ਾਦਾ ਛਕਣਾ ਹੈ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸਤਿਗੁਰੂ ਨੂੰ ਅਰਪਣ ਕਰਨਾ ਹੈ ਮਾਨੀ ਮਨ। ਜਥਾ ਸ਼ਕਤ ਸੰਤਨ ਅਚਵਾਵੈ, ਬਾਅਦ ਵਿੱਚ ਕਹਿੰਦੇ ਆਪਣੀ ਸਮਰੱਥਾ ਦੇ ਅਨੁਸਾਰ ਵਸਤਰ ਸਰੀਰ ਸਾਧ ਪਹਿਰਾਵੈ, ਫਿਰ ਕਹਿੰਦੇ ਆਪ ਛਕਣਾ। ਫਿਰ ਕਹਿੰਦੇ ਕੋਈ ਵੀ ਅਤਿਥੀ ਰੱਬ ਦਾ ਪਿਆਰਾ ਤੁਹਾਡੇ ਦਰ ਤੇ ਆਵੇ ਉਹਨੂੰ ਪ੍ਰਸ਼ਾਦਾ ਛਕਾਉਣਾ, ਤੇ ਕੋਈ ਐਸਾ ਰੱਬ ਦਾ ਪਿਆਰਾ ਲੋੜਵੰਦ ਹੋਵੇ ਉਹਨੂੰ ਵਸਤਰ ਵੀ ਭੇਟਾ ਕਰਨੇ ਹਨ, ਭੋਜਨ ਵੀ ਛਕਾਉਣਾ ਹੈ। ਇਹ ਜਿਹੜੀ ਗੁਰੂ ਘਰਾਂ ਦੇ ਵਿੱਚ ਮਰਜ਼ਾਦਾ ਚੱਲੀ ਸੀ ਪਹਿਲਾਂ ਆਮ ਘਰਾਂ ਦੇ ਵਿੱਚ ਹੁੰਦੀ ਸੀ। ਹੁਣ ਵੀ ਜਿਹੜੇ ਲੋਕ ਕੋਈ ਸਾਧੂ ਮਹਾਂਪੁਰਖਾਂ ਕੋਲ ਜਾਂਦੇ ਰੱਬ ਦੇ ਪਿਆਰਿਆਂ ਕੋਲ, ਉਹ ਸਿਖਾ ਦਿੰਦੇ ਇਹੋ ਜਿਹੀਆਂ ਗੱਲਾਂ ਉਹਨਾਂ ਨੂੰ ਸਾਰੀਆਂ ਕਿ ਜਦੋਂ ਘਰ ਵਿੱਚ ਪ੍ਰਸ਼ਾਦਾ ਤਿਆਰ ਹੋਵੇ ਪਹਿਲਾਂ ਸੁੱਚਾ ਪ੍ਰਸ਼ਾਦਾ ਥਾਲ ਵਿੱਚ ਪਾ ਕੇ ਗੁਰੂ ਸਾਹਿਬ ਜੀ ਨੂੰ ਅਰਪਣ ਕਰਨਾ, ਮਹਾਰਾਜ ਜੀ ਨੂੰ ਅਰਦਾਸ ਕਰਨੀ ਹੈ। ਫਿਰ ਸਾਰੇ ਪਰਿਵਾਰ ਨੇ ਉਹ ਪ੍ਰਸ਼ਾਦਾ ਆਪਣਾ ਸਾਰਾ ਛਕਣਾ। ਗੁਰੂ ਸਾਹਿਬ ਜੀ ਦੇ ਕੋਲ ਪਹਿਲਾਂ ਪ੍ਰਸ਼ਾਦੇ ਨੂੰ ਭੋਗ ਲਵਾਉਣਾ ਹੈ। ਬਹੁਤ ਘਰਾਂ ਦੇ ਵਿੱਚ ਇਹ ਮਰਜ਼ਾਦਾ ਹੁਣ ਵੀ ਹੈ। ਤਾਂ ਉਹ ਇੱਕ ਸਿੰਘ ਸੀਗਾ ਸਿੰਘਾਪੁਰ ਦੇ ਰਹਿਣ ਵਾਲਾ ਭਾਈ ਨਛੱਤਰ ਸਿੰਘ, ਤਾਂ ਮੈਂ ਆਪ ਮੇਰੇ ਸਾਹਮਣੇ ਇਹ ਕੌਤਕ ਵਰਤਿਆ। ਉੱਥੇ ਮਲੇਸ਼ੀਆ ਵਿੱਚ ਸੀ ਮੈਂ ਰਹਿੰਦਾ, ਤੇ ਉਹ ਉੱਥੇ ਆਇਆ ਸਿੰਘ, ਤੇ ਉਹ ਪ੍ਰਸ਼ਾਦਾ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਕਰਦਾ ਸੀ। ਉਹਨੇ 5 ਪ੍ਰਸ਼ਾਦੇ ਪਕਾ ਕੇ ਨਾ ਦਾਲ ਸਬਜ਼ੀ ਆਪ ਬਣਾ ਕੇ ਤਾਂ ਪ੍ਰਸ਼ਾਦਾ ਤਿਆਰ ਕਰਕੇ ਢੱਕ ਕੇ ਚੰਗੀ ਤਰ੍ਹਾਂ ਗੁਰੂ ਮਹਾਰਾਜ ਸਾਹਿਬ ਜੀ ਦੇ ਕਮਰੇ ਵਿੱਚ ਲੈ ਜਾਣਾ, ਤੇ ਜਾ ਕੇ ਪ੍ਰਸ਼ਾਦਾ ਰੱਖ ਦੇਣਾ ਤੇ ਦਰਵਾਜ਼ਾ ਬੰਦ ਕਰਕੇ ਤੇ ਬਾਹਰ ਬੈਠ ਜਾਣਾ, ਤੇ 20-25 ਮਿੰਟ ਬਾਅਦ ਅੱਧੇ ਘੰਟੇ ਬਾਅਦ ਜਾਣਾ ਤੇ ਉਹ ਥਾਲ ਚੱਕ ਲਿਆਉਣਾ। ਉਹ ਕਈ ਗੱਲਾਂ ਹੁਣ ਐਸੀਆਂ ਮੈਂ ਕਹਿ ਨਹੀਂ ਸਕਦਾ, ਤੇ ਪ੍ਰਤੱਖ ਰੂਪ ਵਿੱਚ ਦੇਖਿਆ ਕਿ ਉਹਦੀ ਸ਼ਰਧਾ ਸੀ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਛਕਦੇ ਆ। ਸੋ ਇਸ ਕਰਕੇ ਆ ਬਾਬਾ ਆਨੰਦ ਸਿੰਘ ਜੀ ਸਨ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਖ, ਉਹ ਪਹਿਲਾ ਪ੍ਰਸ਼ਾਦਾ ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਲੈ ਕੇ ਜਾਂਦੇ, ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਂਦੇ। ਆਪਾਂ ਦੇਗ ਜਿਹੜੀ ਛਕਦੇ ਆ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਭੋਗ ਲੱਗਦਾ। ਸੰਤ ਗਿਆਨੀ ਗੁਰਬਚਨ ਸਿੰਘ ਵੱਡੇ ਮਹਾਂਪੁਰਖ ਭਿੰਡਰਾਂ ਵਾਲੇ, ਉਹਨਾਂ ਨੂੰ ਭਿੰਡਰਾਂ ਇੱਕ ਵਾਰੀ ਕਿਸੇ ਨੇ ਸਵਾਲ ਕਰ ਦਿੱਤਾ ਕਿ ਕਿਵੇਂ ਸਿੱਧ ਕਰੋਗੇ ਤੁਸੀਂ ਕਿ ਦੇਗ ਗੁਰੂ ਮਹਾਰਾਜ ਸਾਹਿਬ ਜੀ ਛਕਦੇ ਆ, ਪ੍ਰਸ਼ਾਦ ਮਹਾਰਾਜ ਸਾਹਿਬ ਜੀ ਛਕਦੇ ਆ। ਮਹਾਂਪੁਰਖ ਕਹਿਣ ਲੱਗੇ ਭਾਈ ਇਹ ਕੰਮ ਕਰੋ, ਸਿੰਘਾਂ ਨੂੰ ਕਹੋ ਕਿ ਤਿਆਰ ਬਰ ਤਿਆਰ ਸਿੰਘ ਹੋਣ, ਰਹਿਤ ਬਾਨ ਉਹ ਮਰਜ਼ਾਦਾ ਦੇ ਅਨੁਸਾਰ ਸੁਚਮਤਾ ਦੇ ਨਾਲ ਪ੍ਰਸ਼ਾਦ ਦੇਗ ਤਿਆਰ ਕਰਨ। ਜਪਜੀ ਸਾਹਿਬ ਜੀ ਦਾ ਪਾਠ ਹੋਵੇ, ਆਨੰਦ ਸਾਹਿਬ ਜੀ ਦਾ ਪਾਠ ਹੋਵੇ, ਫਿਰ ਤੁਸੀਂ ਉਹ ਪ੍ਰਸ਼ਾਦ ਜਿਹੜਾ ਦੇਗ ਆ ਉਹ ਤੋਲ ਲਵੋ। ਤੋਲ ਕੇ ਤੇ ਬਾਅਦ ਵਿੱਚ ਅਰਦਾਸ ਕਰਿਓ। ਅਰਦਾਸ ਕਰਨ ਤੋਂ ਬਾਅਦ ਵਿੱਚ ਜਦੋਂ ਭੋਗ ਲੱਗ ਜਾਵੇ ਨਾ,
ਉਦੋਂ ਬਾਅਦ ਵਿੱਚ ਫੇਰ ਤੋਲ ਲਿਓ ਤੇ ਫਿਰ ਤੁਹਾਨੂੰ ਪਤਾ ਲੱਗ ਜੂ ਗੁਰੂ ਸਾਹਿਬ ਜੀ ਛਕਦੇ ਆ ਕਿ ਨਹੀਂ ਛਕਦੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸਿੰਘਾਂ ਨੇ ਕੀ ਕੀਤਾ? ਪ੍ਰਸ਼ਾਦ ਤਿਆਰ ਕੀਤਾ। ਸਰਦਾ ਦੇ ਸਹਿਤ ਰਹਿਤ ਬਹਿਤ ਵਾਲੇ ਸਿੰਘਾਂ ਨੇ ਸੁਚਮਤਾ ਦੇ ਨਾਲ ਪ੍ਰਸ਼ਾਦ ਤਿਆਰ ਕਰਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਲੈ ਗਏ। ਪਹਿਲਾਂ ਤੋਲਿਆ ਪ੍ਰਸ਼ਾਦ, ਅਰਦਾਸ ਹੋਈ, ਭੋਗ ਲੱਗਿਆ। ਜਦੋਂ ਫੇਰ ਦੁਬਾਰਾ ਤੋਲਿਆ ਤੇ ਪਾਈਆ ਪ੍ਰਸ਼ਾਦ ਦੇਗ ਦੇ ਵਿੱਚੋਂ ਘਟ ਗਿਆ। ਸੋ ਸਾਰੇ ਸਿੰਘਾਂ ਨੂੰ ਨਿਹਚਾ ਹੋ ਗਿਆ ਕਿ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਛਕਦੇ ਆ। ਹੁਣ ਵੀ ਪਹਿਲਾਂ ਇਹ ਮੈਂ ਸੁਖੀ ਸੁਣੀ ਸੀ ਗੱਲ ਮਹਾਂਪੁਰਖਾਂ ਕੋਲੋਂ ਕਿ ਪੰਜਾ ਸਾਹਿਬ ਪਾਕਿਸਤਾਨ ਦੇ ਵਿੱਚ ਦੇਗ ਤਿਆਰ ਕਰਦੇ ਕਿ ਜਿੰਨਾ ਚਿਰ ਉਹ ਪੰਜਾ ਨਾ ਲੱਗੇ ਉਹਨਾਂ ਚਿਰ ਉਹ ਮੰਨਦੇ ਨਹੀਂ ਕਿ ਦੇਗ ਨੂੰ ਭੋਗ ਲੱਗ ਗਿਆ। ਜੇ ਨਾ ਲੱਗੇ ਤਾਂ ਦੁਬਾਰਾ ਪ੍ਰਸ਼ਾਦ ਤਿਆਰ ਕਰਦੇ ਆ। ਮੈਂ ਸੁਣੀ ਹੋਈ ਗੱਲ ਆ, ਦੇਖੀ ਨਹੀਂ, ਆਪ ਸਿੰਘਾਂ ਨੇ ਸੁਣਾਈ ਹੈ। ਉਹ ਇਹਦੇ ਵਿੱਚ ਕੀ ਠੀਕ ਆ ਉਹ ਮਹਾਰਾਜ ਜਾਣਦੇ ਆ ਕਿ ਜਿੰਨਾ ਚਿਰ ਪੰਜਾ ਨਾ ਲੱਗੇ ਉਹਨਾਂ ਚਿਰ ਉਹ ਦੇਗ ਮੰਨਦੇ ਨਹੀਂ ਕਿ ਦੇਗ ਨੂੰ ਭੋਗ ਲੱਗ ਗਿਆ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਵੀ ਚੌਥੇ ਪ੍ਰਕਾਰ ਦੀ ਭਗਤੀ ਹੈ, ਪੰਜਵੇਂ ਪ੍ਰਕਾਰ ਦੀ ਭਗਤੀ ਹੈ ਕਿ ਪ੍ਰਸ਼ਾਦੇ ਦੀ ਪਹਿਲਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਅਰਦਾਸ ਕਰਨੀ, ਫਿਰ ਕਹਿੰਦੇ ਕੋਈ ਰੱਬ ਦੇ ਪਿਆਰੇ ਆਏ ਉਹਨਾਂ ਨੂੰ ਪ੍ਰਸ਼ਾਦਾ ਛਕਾਉਣਾ, ਵਸਤਰ ਭੇਟਾ ਕਰਨੇ। ਖਸ਼ਟਮ ਪ੍ਰਭ ਗੁਰ ਕੈ ਗੁਰਦੁਆਰੇ। ਕਹਿਣ ਲੱਗੇ ਵੀ ਛੇਵੇਂ ਪ੍ਰਕਾਰ ਦੀ ਭਗਤੀ ਇਹ ਹੈ ਕਿ ਗੁਰਦੁਆਰਾ ਸਾਹਿਬ ਜਾ ਕੇ ਬੰਦਨ ਕਰਹਿ ਪ੍ਰਦਸ਼ਨਾ ਧਾਰੇ। ਤੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਨੀ ਤੇ ਪ੍ਰਕਰਮਾ ਕਰਨੀ। ਇਹ ਜਿਹੜੇ ਆਪਾਂ ਰੋਜ਼ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੇ, ਮੱਥਾ ਟੇਕਦੇ, ਪ੍ਰਕਰਮਾ ਕਰਦੇ, ਇਹ ਛੇਵੇਂ ਪ੍ਰਕਾਰ ਦੀ ਭਗਤੀ ਹੈ। ਇਹ ਵੀ ਭਗਤੀ ਦੇ ਵਿੱਚ ਆਉਂਦਾ ਹੈ। ਇਹ ਵੀ ਭਗਤੀ ਦਾ ਪ੍ਰਕਾਰ ਹੈ। ਕਈ ਸਿੰਘਾਂ ਦਾ ਨਿਯਮ ਹੈ ਕਿ ਜਿੰਨਾ ਚਿਰ ਗੁਰੂ ਮਹਾਰਾਜ ਸਾਹਿਬ ਜੀ ਨੂੰ ਨਿਤਨੇਮ ਕਰਕੇ ਮੱਥਾ ਨਹੀਂ ਟੇਕਦੇ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਛਕਦੇ। ਮੇਰੇ ਨਾਲ ਸਿੰਘ ਸੀ ਗਿਆ ਕੈਨੇਡਾ ਵਿੱਚ, ਉਹਦਾ ਇਹ ਨਿਯਮ ਸੀ ਚਾਹੇ ਸਾਰਾ ਦਿਨ ਲੰਘ ਜਾਵੇ, ਜਿੰਨਾ ਚਿਰ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਉਹ ਹੁਕਮਨਾਮਾ ਨਹੀਂ ਸੀ ਨਾ ਲੈ ਲੈਂਦਾ ਉਹਨਾਂ ਚਿਰ ਪ੍ਰਸ਼ਾਦਾ ਨਹੀਂ ਸੀ ਛਕਦਾ ਕਦੇ ਵੀ। ਉਹ ਕਹਿੰਦਾ ਗੁਰੂ ਦੇ ਦਰਸ਼ਨਾਂ ਤੋਂ ਬਗੈਰ ਇਹ ਸਰੀਰ ਨੂੰ ਪ੍ਰਸ਼ਾਦਾ ਦੇਣਾ ਇਹ ਕਾਹਦੀ ਗੱਲ ਹੈ, ਗੁਰੂ ਦੇ ਦਰਸ਼ਨ ਨਹੀਂ ਹੋਏ। ਸੋ ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ, ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਨੀ ਤੇ ਪ੍ਰਕਰਮਾ ਕਰਨੀ, ਇਹ ਛੇਵੇਂ ਪ੍ਰਕਾਰ ਦੀ ਭਗਤੀ ਹੈ। ਧੂਪ ਦੀਪ ਚੰਦਨ ਚਰਚਾਵੈ। ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਕਹਿੰਦੇ ਸੁਗੰਧੀ ਵਾਲੀ ਧੂਪ ਮਹਾਰਾਜ ਜੀ ਨੂੰ ਤਖਾਉਣੀ, ਜੋਤ ਜਗਾਉਣੀ, ਫਿਰ ਕਹਿੰਦੇ ਚੰਦਨ ਦਾ ਛਿੜਕਾ ਕਰਨਾ। ਫੂਲਨ ਆਨ ਸੁਗੰਧ ਚੜਾਵੈ। ਸੁਗੰਧੀਆਂ ਵਾਲੇ ਫੁੱਲ ਲਿਆ ਕੇ, ਸੁੰਦਰ ਫੁੱਲ ਲਿਆ ਕੇ ਮਹਾਰਾਜ ਸਾਹਿਬ ਜੀ ਨੂੰ ਚੜਾਉਣੇ। ਹੁਣ ਵੀ ਦੇਖੋ ਹਰਿਮੰਦਰ ਸਾਹਿਬ ਰੋਜ਼ ਸਵੇਰੇ ਬੜੇ ਸੋਹਣੇ ਸੋਹਣੇ ਫੁੱਲਾਂ ਦਾ ਹਾਰ ਲਿਆ ਕੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਤੇ ਪਾਇਆ ਜਾਂਦਾ। ਗੁਰੂ ਮਹਾਰਾਜ ਸਾਹਿਬ ਜੀ ਦੇ ਸਨਮੁਖ ਰੋਜ਼ ਤਾਜ਼ੇ ਫੁੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿੱਖ ਲਿਆ ਕੇ ਚੜਾਉਂਦੇ। ਹੋਰ ਵੀ ਸਥਾਨਾਂ ਤੇ, ਸਾਰੇ ਸਥਾਨਾਂ ਤੇ ਇਹ ਵੀ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਵਿੱਚ ਸੁਗੰਧੀ ਰੱਖਣੀ, ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੁਗੰਧੀ ਛਿੜਕਣੀ, ਇਹ ਵੀ ਛੇਵੇਂ ਪ੍ਰਕਾਰ ਦੀ ਭਗਤੀ ਹੈ। ਸਪਤਮ ਦਾਸ ਆਪ ਕੋ ਜਾਣੈ। ਕਹਿੰਦੇ ਸੱਤਵੇਂ ਪ੍ਰਕਾਰ ਦੀ ਭਗਤੀ ਇਹ ਹੈ ਕਿ ਸਦਾ ਆਪਣੇ ਆਪ ਨੂੰ ਗੁਰੂ ਦਾ ਦਾਸ ਜਾਣਨਾ, ਹੰਕਾਰ ਤੋਂ ਬਚ ਕੇ ਰਹਿਣਾ ਕਿ ਕੋਈ ਵੀ ਇਹੋ ਜਿਹਾ ਬੋਲ, ਇਹੋ ਜਿਹਾ ਸ਼ਬਦ, ਇਹੋ ਜਿਹਾ ਕੋਈ ਵੀ ਖਿਆਲ ਅੰਦਰ ਨਾ ਆਉਣ ਦੇਣਾ ਜਿਹਦੇ ਨਾਲ ਸਾਡਾ ਕੀਤਾ ਹੋਇਆ ਜਿਹੜਾ ਗੁਣ ਹੈ, ਸਾਡੀ ਕੀਤੀ ਹੋਈ ਭਗਤੀ ਨਿਤਨੇਮ ਉਹ ਚਲਿਆ ਜਾਵੇ। ਇਹ ਸੱਤਵੇਂ ਪ੍ਰਕਾਰ ਦੀ ਭਗਤੀ ਹੈ। ਪਰਮੇਸ਼ਵਰ ਸੁਆਮੀ ਪਹਿਚਾਨੈ। ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਾਲਕ ਜਾਣ, ਸੰਸਾਰ ਨੂੰ ਸਾਰੇ ਨੂੰ ਬਿਰਥੀ ਟੇਕ ਮੰਨਣੀ, ਨਾਸਵਾਨ ਮੰਨਣਾ ਸੰਸਾਰ ਨੂੰ, ਕਿਸੇ ਨੂੰ ਵੀ ਆਪਣਾ ਆਸਰਾ ਨਾ ਜਾਣ ਸਵੇ ਬਗੈਰ ਵਾਹਿਗੁਰੂ ਪਰਮੇਸ਼ਰ ਤੋਂ। ਤਨ ਮਨ ਧਨ ਜਾਣੈ ਪ੍ਰਭ ਦਾਨ। ਤਨ ਮਨ ਅਤੇ ਧਨ ਉਹ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਵਰਤਣਾ, ਵਾਹਿਗੁਰੂ ਪਰਮੇਸ਼ਰ ਦੀ ਦਿੱਤੀ ਹੋਈ ਵਸਤੂ ਜਾਣੀ, ਆਪਣਾ ਕਮਾਇਆ ਹੋਇਆ ਨਾ ਜਾਣਨਾ। ਇਹ ਜਾਣਨਾ ਹੈ ਕਿ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੋਇਆ ਹੈ। ਜੇ ਸਰੀਰ ਨੂੰ ਵਾਹਿਗੁਰੂ ਪਰਮੇਸ਼ਰ ਤੰਦਰੁਸਤੀ ਸਤਿਗੁਰੂ ਨਾ ਦੇਵੇ ਤਾਂ ਕਿਵੇਂ ਧਨ ਕਮਾ ਸਕਦਾ ਇਹ ਸਰੀਰ, ਕਿਵੇਂ ਕੋਈ ਕੰਮ ਕਰ ਸਕਦਾ ਹੈ। ਜੋ ਵੀ ਦਿੱਤਾ ਹੋਇਆ ਵਾਹਿਗੁਰੂ ਪਰਮੇਸ਼ਰ ਦਾ ਦਿੱਤਾ ਹੋਇਆ। ਸਤਿਗੁਰੂ ਦਾ ਤਨ ਵੀ ਸਤਿਗੁਰੂ ਦਾ ਜਾਣਨਾ, ਮਨ ਵੀ ਸਤਿਗੁਰੂ ਦਾ ਜਾਣਨਾ ਤੇ ਧਨ ਵੀ ਸਤਿਗੁਰੂ ਦਾ ਜਾਣਨਾ ਹੈ। ਸਤੀ ਨਾਰ ਸਮ ਪਤ ਭਗਵਾਨ। ਕਹਿਣ ਲੱਗੇ ਹਮੇਸ਼ਾ ਹੀ ਪਤੀ ਬ੍ਰਤਾ ਇਸਤਰੀ ਵਾਂਗੂ ਆਪਣੇ ਆਪ ਨੂੰ ਵਾਹਿਗੁਰੂ ਪਰਮੇਸ਼ਰ ਦੀ ਇਸਤਰੀ ਮੰਨਣਾ ਤੇ ਪਰਮੇਸ਼ਰ ਨੂੰ ਆਪਣਾ ਪਤੀ ਜਾਣਨਾ। ਮਹਾਂਪੁਰਖ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ ਵੱਡੇ, ਉਹ ਕਦੇ ਵੀ ਨਾ ਆਪਣੇ ਬਾਣੇ ਨੂੰ, ਨਾ ਆਪਣੇ ਦਾੜੇ ਨੂੰ, ਕਦੇ ਦਸਤਾਰ ਨੂੰ, ਸ੍ਰੀ ਸਾਹਿਬ ਨੂੰ ਝੂਠੇ ਹੱਥ ਨਹੀਂ ਸੀ ਲੱਗਣ ਦਿੰਦੇ ਤੇ ਹਮੇਸ਼ਾ ਸਿੰਘਾਂ ਨੂੰ ਕਹਿੰਦੇ ਹੁੰਦੇ ਭਾਈ ਇਹ ਸਰੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦੀ ਅਮਾਨਤ ਹੈ।
ਜਿਸ ਵੇਲੇ ਅੰਮ੍ਰਿਤ ਛਕਿਆ ਉਸ ਵੇਲੇ ਅਸੀਂ ਸਿਰ ਪੰਜ ਪਿਆਰਿਆਂ ਨੂੰ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ। ਅੰਮ੍ਰਿਤ ਛਕਣ ਵੇਲੇ ਸ਼ੀਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਹੋ ਜਾਂਦਾ ਤੇ ਸਰੀਰ ਤਾਂ ਆਪੇ ਹੀ ਹੋ ਗਿਆ, ਫਿਰ ਸਿਰ ਤੋਂ ਬਗੈਰ ਕੱਲਾ ਧੜ ਕਿਸ ਕੰਮ। ਕਰਨ ਲੱਗੇ ਦਾੜਾ ਵੀ ਦਸਤਾਰ ਵੀ ਇਹ ਸਾਰਾ ਸਰੀਰ ਮਹਾਰਾਜ ਦੀ ਅਮਾਨਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਅਮਾਨਤ ਜਾਣ ਕੇ ਵਰਤਣਾ ਹੈ। ਇਹਦੇ ਵਾਸਤੇ ਜਿਹੜੀਆਂ ਵਸਤੂਆਂ ਮਹਾਰਾਜ ਸਾਨੂੰ ਦੇ ਰਹੇ, ਚਾਹੇ ਸੋਹਣੇ ਵਸਤਰ ਹੈ, ਚਾਹੇ ਮਹਾਰਾਜ ਸਾਹਿਬ ਜੀ ਧਨ ਦੇ ਰਹੇ ਹੈ, ਇਹ ਗੁਰੂ ਮਹਾਰਾਜ ਸਾਹਿਬ ਜੀ ਆਪਣੀ ਅਮਾਨਤ ਨੂੰ ਦੇ ਰਹੇ ਆ ਭਾਈ, ਆਪਣਾ ਨਹੀਂ ਜਾਣਨਾ ਹੈ। ਮਹਾਂਪੁਰਖ ਕਥਾ ਕਰਦੇ ਸੀ ਕਲਕੱਤੇ, ਤਾਂ ਸਾਰੀ ਸੰਗਤ ਨੇ ਮਹੀਨੇ ਬਾਅਦ ਕਥਾ ਸੁਣ ਕੇ ਇੰਨਾ ਸਤਿਕਾਰ ਕੀਤਾ। ਸੰਗਤ ਨੇ ਸੋਚਿਆ ਜਿੰਨੇ ਸਿੰਘ ਆ ਕੱਲੇ ਕੱਲੇ ਸਿੰਘ ਨੂੰ ਕੱਲੀ ਕੱਲੀ ਗੱਡੀ ਵਿੱਚ ਬਿਠਾ ਕੇ ਰੇਲਵੇ ਸਟੇਸ਼ਨ ਤੇ ਛੱਡ ਕੇ ਆਉਣਾ। ਮਹਾਂਪੁਰਖਾਂ ਨੂੰ ਪਤਾ ਲੱਗਿਆ, ਕਹਿੰਦੇ ਨਾ ਭਾਈ ਇਹ ਕੰਮ ਨਹੀਂ ਕਰਨਾ। ਚੋਰੀ ਸੰਗਤ ਤੋਂ ਰੇਲਵੇ ਸਟੇਸ਼ਨ ਤੇ ਚਲੇ ਗਏ। ਤਾਂ ਜਿਸ ਵੇਲੇ ਰੇਲ ਵਿੱਚ ਬੈਠੇ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖ ਭਿੰਡਰਾਂ ਵਾਲੇ ਉਹਨਾਂ ਨੂੰ ਕਹਿਣ ਲੱਗੇ, ਭਾਈ ਕਰਤਾਰ ਸਿਆਂ ਇਹ ਨਹੀਂ ਕਦੇ ਸੋਚ ਲੈਣਾ ਇਹ ਸਤਿਕਾਰ ਇਹ ਸਰੀਰ ਦਾ ਹੁੰਦਾ ਹੈ, ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਤੇ ਸਤਿਗੁਰੂ ਦੇ ਸਰੂਪ ਦਾ ਹੋ ਰਿਹਾ ਹੈ, ਇਹ ਸਾਡੇ ਨਾਂ ਦਾ ਤੇ ਸਾਡੇ ਚਿਹਰੇ ਮੋਹਰੇ ਦਾ ਨਹੀਂ ਹੋ ਰਿਹਾ। ਇਸ ਕਰਕੇ ਸਰੀਰ ਵਾਹਿਗੁਰੂ ਪਰਮੇਸ਼ਰ ਦਾ ਜਾਣਨਾ, ਸਤਿਗੁਰੂ ਦਾ ਜਾਣਨਾ ਹੈ। ਅਸ਼ਟਮ ਮਿੱਤਰ ਲਖੈ ਸ਼੍ਰੀ ਪਤ ਕੋ। ਕਹਿਣ ਲੱਗੇ 8ਵੇਂ ਪ੍ਰਕਾਰ ਦੀ ਭਗਤੀ ਇਹ ਹੈ ਬਈ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣਨਾ ਹਮੇਸ਼ਾ। ਨਹੀਂ ਡੁਲਾਵੈ ਆਪਣੇ ਚਿੱਤ ਕੋ। ਜਿਵੇਂ ਆਪਣਾ ਮਿੱਤਰ ਕੋਈ ਖਾਸ ਮਿੱਤਰ ਸਾਡੇ ਨਾਲ ਹੋਵੇ, ਸਾਨੂੰ ਆਪਣੇ ਮਿੱਤਰ ਦਾ ਹੌਸਲਾ ਹੁੰਦਾ ਬਹੁਤ ਵੀ ਮੇਰਾ ਮਿੱਤਰ ਮੇਰੇ ਨਾਲ ਹੈ, ਤੇ ਆਪਣੇ ਚਿੱਤ ਨੂੰ ਨਹੀਂ ਅਸੀਂ ਡੁਲਾਉਂਦੇ। ਐਸਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਆਪਣਾ ਮਿੱਤਰ ਜਾਣ ਕੇ ਚਿੱਤ ਨੂੰ ਨਾ ਡੋਲਣ ਦੇਵੇ। ਜੋ ਕਛ ਕਰਹਿ ਭਲੀ ਮਮ ਜਾਣੈ। ਕਹਿਣ ਲੱਗੇ ਜਿਵੇਂ ਮਿੱਤਰ ਦੇ ਤਾਂ ਹੀ ਸਾਡੇ ਅੰਦਰ ਇੱਕ ਭਾਵਨਾ ਹੁੰਦੀ ਹੈ ਕਿ ਮੇਰਾ ਮਿੱਤਰ ਜੋ ਕਰੇਗਾ ਮੇਰੇ ਵਾਸਤੇ ਚੰਗਾ ਕਰੇਗਾ। ਐਸਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਮਿੱਤਰ ਜਾਣ ਕੇ ਜਾਣਨਾ ਕਿ ਵਾਹਿਗੁਰੂ ਪਰਮੇਸ਼ਰ ਜੋ ਕਰਦਾ ਹੈ ਮੇਰੇ ਵਾਸਤੇ ਭਲਾ ਕਰਦਾ ਹੈ। ਨਹੀਂ ਤਰਕਨਾ ਤਿਸ ਪਰ ਠਾਨੈ। ਗੁਰੂ ਮਹਾਰਾਜ ਸਾਹਿਬ ਜੀ ਉੱਤੇ ਕੋਈ ਵੀ ਤਰਕ ਨਾ ਕਰਨੀ। ਜਥਾ ਸਖਾ ਕੀ ਕ੍ਰਿਤ ਲਖੰਥਾ। ਜਿਵੇਂ ਮਿੱਤਰ ਦਾ ਕੀਤਾ ਹੋਇਆ ਕੋਈ ਕੰਮ ਅਸੀਂ ਚੰਗਾ ਸਮਝਦੇ ਹਾਂ। ਕਰਹਿ ਜੂ ਕਛ ਮਮ ਭਲਾ ਕਰੰਤਾ। ਇਹੀ ਸੋਚਦੇ ਹਾਂ ਕਿ ਮੇਰਾ ਮਿੱਤਰ ਜੋ ਕਰੇਗਾ ਭਲਾ ਕਰੇਗਾ। ਤਿਮ ਪ੍ਰਭ ਮਿੱਤਰ ਕਿਰਤ ਕੋ ਹੈਰੈ। ਜਿਵੇਂ ਕਹਿੰਦੇ ਆਪਾਂ ਮਿੱਤਰ ਦੀ ਕਿਰਤ ਨੂੰ ਦੇਖਦੇ ਹਾਂ, ਐਸਾ ਹੀ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਮਿੱਤਰ ਜਾਣ ਕੇ ਉਹ ਵਾਹਿਗੁਰੂ ਪਰਮੇਸ਼ਰ ਦਾ ਕੀਤਾ ਹੋਇਆ ਚੰਗਾ ਜਾਣਨਾ ਹੈ। ਜੋ ਕਿਛ ਕਰੈ ਭਲੀ ਸੋ ਮੇਰਾ। ਜੋ ਕੁਛ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਉਹ ਮੇਰੇ ਭਲੇ ਵਾਸਤੇ ਕਰ ਰਿਹਾ ਹੈ। ਨਾਮੀ ਤਨ ਧਨ ਪ੍ਰਭ ਅਰਪਾਏ। ਕਹਿਣ ਲੱਗੇ 9ਵੇਂ ਪ੍ਰਕਾਰ ਦੀ ਭਗਤੀ ਇਹ ਹੈ ਵੀ ਤਨ ਵੀ ਧਨ ਵੀ ਸਭ ਵਾਹਿਗੁਰੂ ਪਰਮੇਸ਼ਰ ਨੂੰ ਅਰਪਣ ਕਰ ਦੇਵੇ। ਆਪਣੋ ਕਛੂ ਨਾ ਲਖਹਿ ਤੇ ਕਦਾਏ। ਆਪਣਾ ਕਦੇ ਵੀ ਕੁਝ ਨਾ ਸਮਝੇ। ਮਮਤਾ ਤਜਹਿ ਪਦਾਰਥ ਕੇਰੀ। ਸਾਰੇ ਪਦਾਰਥਾਂ ਦੀ ਜਿਹੜੀ ਮਮਤਾ ਹੈ ਉਹ ਤਿਆਗ ਦੇਵੇ, ਛੱਡ ਦੇਵੇ। ਹਰ ਕੀ ਜਾਨ ਨਾ ਸੁਖ ਦੁਖ ਕਿ ਹੇਰੀ। ਵਾਹਿਗੁਰੂ ਪਰਮੇਸ਼ਰ ਦਾ ਹਰੀ ਦਾ ਜਾਣ ਕੇ ਸੁਖ ਦੁੱਖ ਨਾ ਵੇਖੇ। ਨਬਦਾ ਭਗਤ ਕਹੀ ਇਹੋ ਜੋਏ। ਗੁਰੂ ਮਹਾਰਾਜ ਕਹਿੰਦੇ ਭਾਈ ਗੁਰਸਿੱਖੋ ਇਹ 9 ਪ੍ਰਕਾਰ ਦੀ ਭਗਤੀ ਤੁਹਾਨੂੰ ਕਹੀ ਹੈ। ਜੇਕਰ ਇੱਕ ਭੀ ਪ੍ਰਾਪਤ ਹੋਏ। ਜੇਕਰ ਇਹਨਾਂ ਵਿੱਚੋਂ ਇੱਕ ਵੀ ਪ੍ਰਾਪਤ ਹੋ ਜਾਵੇ ਤਾਂ ਉਧਾਰ ਜਨ ਕੋ ਕਰ ਦੇਤ। ਕਹਿਣ ਲੱਗੇ ਇੱਕ ਪ੍ਰਕਾਰ ਦੀ ਵੀ ਇਹਨਾਂ ਵਿੱਚੋਂ ਭਗਤੀ ਪ੍ਰਾਪਤ ਹੋ ਜਾਵੇ ਨਾ ਇਹ ਜੀਵ ਦਾ ਉਧਾਰ ਕਰ ਦਿੰਦੀ ਹੈ। ਕਿਆ ਸੰਸੈ ਹੋਏ ਸਰਬ ਸਮੇਤ। ਜੇ ਕਿਤੇ 9 ਪ੍ਰਕਾਰ ਦੀ ਇਹ ਜੀਵ ਧਾਰਨ ਕਰ ਲਵੇ, ਗੁਰਸਿੱਖ ਧਾਰਨ ਕਰ ਲਵੇ, ਕਹਿੰਦੇ ਫੇਰ ਤਾਂ ਕੀ ਸੰਸਾ ਵੀ ਇਹਦਾ ਸੰਸਾਰ ਸਮੁੰਦਰ ਤੋਂ ਤਾਂ ਪਾਰ ਉਤਾਰਾ ਨਾ ਹੋਵੇ। ਅਪਰ ਸੁਨਹੁ ਜਸ ਪ੍ਰੇਮਾ ਭਗਤ। ਹੁਣ ਸੁਣੋ ਕਹਿੰਦੇ ਭਾਈ ਪ੍ਰੇਮਾ ਭਗਤੀ ਕੀ ਹੈ। ਜਹ ਸਮ ਅਪਰ ਨਾ ਸੁਖ ਦੇ ਜਗਤ। ਉਹਦੇ ਬਰਾਬਰ ਹੋਰ ਕੋਈ ਵੀ ਭਗਤੀ ਜਗ ਵਿੱਚ ਸੁਖਦਾਈ ਨਹੀਂ ਹੈ। ਤਰਵਰ ਫਲ ਪੂਰਬ ਹੋਏ ਸਾਵਾ। ਜਿਵੇਂ ਕਹਿੰਦੇ ਰੁੱਖ ਦਾ ਜਿਹੜਾ ਫਲ ਹੁੰਦਾ ਨਾ, ਜਦੋਂ ਫਲ ਲੱਗਦਾ ਪਹਿਲਾਂ ਉਹਦਾ ਰੰਗ ਹਰੇ ਰੰਗ ਦਾ ਹੁੰਦਾ, ਸਾਵੇ ਰੰਗ ਦਾ। ਸਵਾਦ ਵਿਖੈ ਕੋਰਾ ਲਖ ਪਾਵਾ। ਉਹ ਫਲ ਜੋ ਨਵਾਂ ਨਵਾਂ ਲੱਗਦਾ ਹੈ ਨਾ, ਜੇ ਉਹਨੂੰ ਕਦੇ ਖਾ ਕੇ ਦੇਖੋ ਉਹਦਾ ਕੌੜਾ ਹੁੰਦਾ ਸਵਾਦ। ਉਨ ਪੀਰੋ ਤਬ ਲਹਿ ਤੁਰਸ਼ਾਈ। ਪਰ ਕਹਿੰਦੇ ਜਦੋਂ ਪੀਲਾ ਹੋ ਜਾਂਦਾ ਥੋੜਾ ਜਿਹਾ ਉਹ
ਉਹਦੇ ਵਿੱਚ ਖਟਿਆਈ ਆ ਜਾਂਦੀ ਹੈ। ਬ੍ਰਿਛ ਬੀਜ ਤੇ ਲੈ ਰਸ ਪਾਈ। ਉਹ ਫਲ ਆਪਣੇ ਆਪ ਹੀ ਜਿਹੜੇ ਬ੍ਰਿਛ ਨੂੰ ਲੱਗਿਆ ਹੁੰਦਾ ਉਹਦੇ ਵਿੱਚ ਉਹ ਆਪਣਾ ਰਸ ਪ੍ਰਾਪਤ ਕਰ ਲੈਂਦਾ ਹੈ। ਪੁਨ ਪਾਕੋ ਹੋਵੇ ਰੰਗ ਲਾਲ। ਫਿਰ ਜਦ ਪੱਕਦਾ ਹੈ ਤੇ ਉਹਦਾ ਰੰਗ ਲਾਲ ਹੋ ਜਾਂਦਾ ਹੈ ਸਵਾਦ ਪਾਏ ਸੋ ਮਧੁਰ ਵਿਸਾਲ। ਤੇ ਉਹਦਾ ਸਵਾਦ ਬਹੁਤ ਮਿੱਠਾ ਹੋ ਜਾਂਦਾ ਹੈ ਜਿਸ ਵੇਲੇ ਪੱਕ ਜਾਂਦਾ। ਤਿਮ ਪਰਮੇਸ਼ਰ ਪ੍ਰੇਮੀ ਹੋਏ। ਐਸੇ ਹੀ ਕਹਿੰਦੇ ਜਿਹੜੇ ਪਰਮੇਸ਼ਰ ਦੇ ਪ੍ਰੇਮੀ ਹੁੰਦੇ ਆ। ਹੁਣ ਪ੍ਰੇਮਾ ਭਗਤੀ ਦੀ ਗੱਲ ਕਰਦੇ ਆ ਨਾ ਮਹਾਰਾਜ, ਕਿ ਜਿਹਦੇ ਅੰਦਰ ਪ੍ਰੇਮ ਦੀ ਭਗਤੀ ਪੈਦਾ ਹੋ ਜਾਂਦੀ ਹੈ, ਜਿਹਦੇ ਅੰਦਰ ਭਗਤੀ ਦਾ ਪ੍ਰੇਮ ਪੈਦਾ ਹੋ ਜਾਂਦਾ, ਚਾਉ ਪੈਦਾ ਹੋ ਜਾਂਦਾ, ਦਿਨ ਪਰ ਰਾਤ ਟਿਕ ਟਿਕੀ ਲੱਗੀ ਰਹਿੰਦੀ, ਕਿਹੜੇ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਕਰੀਏ, ਕਿਹੜੇ ਵੇਲੇ ਮਹਾਰਾਜ ਦੇ ਦਰਸ਼ਨ ਕਰ ਲੈਣ, ਉਹਨਾਂ ਦਾ ਹਾਲ ਦੱਸਦੇ। ਮਹਾਰਾਜ ਕਹਿੰਦੇ ਤਿਮ ਪਰਮੇਸ਼ਰ ਪ੍ਰੇਮੀ ਹੋਏ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪ੍ਰੇਮੀ ਹੁੰਦੇ ਹਨ, ਤਿਨ ਕੇ ਲੱਛਣ ਇਸ ਵਿਦ ਜੋਏ। ਉਹਨਾਂ ਦੇ ਲੱਛਣ ਵੀ, ਉਹਨਾਂ ਦੇ ਵੀ ਢੰਗ ਸੁਣ ਲਵੋ। ਪ੍ਰਥਮ ਰੁਦਨਾ ਕਰਤ ਚਿਤ ਕਹਿੰਦੇ ਚਾਹੈ। ਪਹਿਲਾ ਜਦੋਂ ਪ੍ਰੇਮ ਜਾਗਦਾ ਤਾਂ ਚਿੱਤ ਵਿੱਚ ਰੋਈ ਜਾਂਦੇ ਆ। ਮਹਾਂਪੁਰਖ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਮਨ ਵਿੱਚ ਚਾਅ ਆ ਗਿਆ ਕਿ ਹਜੂਰ ਸਾਹਿਬ ਨੂੰ ਤਾਂ ਜਾਣਾ ਹੈ ਤੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪ੍ਰਤੱਖ ਦਰਸ਼ਨ ਕਰਨੇ। ਤੇ ਕਹਿਣ ਲੱਗੇ ਵੀ ਸਾਰੇ ਰਾਹ ਪੰਜਾਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਰਾਹ ਵਿੱਚ ਬੈਰਾਗ ਹੀ ਕਰਦੇ ਗਏ, ਰਾਹ ਵਿੱਚ ਰੋਂਦੇ ਹੀ ਗਏ ਸਾਰੇ ਰਾਹ। ਪ੍ਰਥਮ ਪ੍ਰੀਤਮ ਦਰਸ਼ਨ ਧਰਤ ਉਮਾਹੈ। ਕਹਿਣ ਲੱਗੇ ਵੀ ਪਹਿਲਾਂ ਚਿੱਤ ਵਿੱਚ ਬੈਰਾਗ ਹੀ ਕਰਦੇ ਰਹਿੰਦੇ ਆ ਕਿ ਪ੍ਰੀਤਮ ਦੇ ਦਰਸ਼ਨ ਕਦੋਂ ਹੋਣਗੇ, ਬੜਾ ਉਤਸ਼ਾਹ ਧਾਰਦੇ ਹਨ। ਵਿਛਰੇ ਹਮ ਯਾਤੇ ਦੁਖ ਪਾਵਾ। ਕਹਿਣ ਲੱਗੇ ਮਨ ਵਿੱਚ ਬੈਰਾਗ ਹੋ ਜਾਂਦਾ ਕਿ ਮੈਂ ਵਿਛੜਿਆ ਹੋਇਆ, ਇਸ ਕਰਕੇ ਬੜਾ ਦੁੱਖ ਪਾਉਂਦਾ ਹਾਂ। ਦੀਰਘ ਸਵਾਸਨ ਲੈ ਪਛਤਾਵੈ। ਤੇ ਜਿਵੇਂ ਬੱਚਾ ਛੋਟਾ ਜਿਹਾ ਲੰਬੇ ਸਾਹ ਲੈ ਕੇ ਹੌਂਕੇ ਲੈਂਦਾ ਨਾ ਮਾਂ ਤੋਂ ਬਗੈਰ, ਐਸੀ ਰੱਬ ਦੇ ਪਿਆਰੇ ਗੁਰੂ ਦੇ ਵਿਛੋੜੇ ਤੋਂ ਦੁਖੀ ਹੋ ਕੇ ਬੈਰਾਗ ਕਰਦੇ ਲੰਬੇ ਸਾਹ ਲੈ ਕੇ ਹੌਂਕੇ ਲੈਂਦੇ ਹਨ। ਰੋਮੰਚਤ ਹੋਏ ਗਦ ਗਦ ਬਾਨੀ। ਤੇ ਰੋਮ ਉਹਨਾਂ ਦੇ ਖੜੇ ਹੋ ਜਾਂਦੇ ਆ ਤੇ ਗਲ ਬੈਰਾਗ ਨਾਲ ਭਰ ਜਾਂਦਾ, ਬੋਲਿਆ ਨਹੀਂ ਜਾਂਦਾ। ਗਬ ਗੁਣ ਗਾਏ ਕਿ ਤੂਸ਼ਨ ਠਾਨੀ। ਕਦੇ ਉੱਚੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਂਦੇ ਆ ਬੈਰਾਗ ਵਿੱਚ ਆਏ ਹੋਏ, ਕਦੀ ਚੁੱਪ ਧਾਰ ਲੈਂਦੇ ਹਨ। ਤਬ ਮੁਖ ਕੋ ਸਾਵਾ ਹੋਏ ਰੰਗ। ਤੇ ਦਿਨ ਪਰ ਰਾਤ ਬੈਰਾਗ ਦੇ ਵਿੱਚ ਮਸਤਾਨੇ ਹੋਏ ਰਹਿੰਦੇ, ਰੰਗ ਕਾਲਾ ਹੋ ਜਾਂਦਾ ਹੈ। ਸੁਧ ਭੂਲ ਹੈ ਸਭ ਆਦਿਕ ਅੰਗ। ਆਪਦੇ ਸਰੀਰ ਦੇ ਸਾਰੇ ਅੰਗਾਂ ਦੀ ਸੁੱਧ ਭੁੱਲ ਜਾਂਦੀ ਹੈ, ਖਾਣਾ ਪੀਣਾ ਪਹਿਨਣਾ ਸਭ ਕੁਝ ਭੁੱਲ ਜਾਂਦਾ ਹੈ। ਜਿਉਂ ਵਧ ਹੈ ਪ੍ਰੇਮ ਵਡੇਰਾ। ਜਿਵੇਂ ਹਿਰਦੇ ਦਾ ਪ੍ਰੇਮ ਵੱਧਦਾ ਹੈ, ਤਿਉਂ ਹੋਤ ਆਹਾਰ ਛੁਟੇਰਾ। ਉਵੇਂ ਛਕਣ ਛਕਾਉਣ ਦੀ, ਸੌਣ ਦੀ, ਪੀਣ ਦੀ, ਖਾਣ ਦੀ ਸਾਰੀ ਜਿਹੜੀ ਇੱਛਾ ਹੁੰਦੀ ਉਹ ਘਟ ਜਾਂਦੀ ਹੈ। ਭੂਖ ਪਿਆਸ ਕੀ ਗਮ ਹੋਏ ਥੋਰੀ। ਕਹਿੰਦੇ ਭੁੱਖ ਪਿਆਸ ਦਾ, ਸਰੀਰ ਦਾ ਫਿਕਰ ਥੋੜਾ ਰਹਿ ਜਾਂਦਾ ਉਹਨਾਂ ਦਾ। ਨਿਸ ਦਿਨ ਰਹਿ ਪ੍ਰੇਮ ਮਤ ਭੋਰੀ। ਦਿਨ ਰਾਤ ਜਿਹੜੀ ਬੁੱਧੀ ਹੈ ਪ੍ਰੇਮ ਦੇ ਵਿੱਚ ਬੋਰੀ ਹੋਈ ਰਹਿੰਦੀ, ਪ੍ਰੇਮ ਵਿੱਚ ਡੁੱਬੀ ਰਹਿੰਦੀ ਹੈ। ਰਹਿੋਤੀ ਵਧੈ ਬਿਖਾਦ ਅਧੀਰਾ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਵਿਰਹ ਕਰਕੇ, ਵਿਛੋੜੇ ਕਰਕੇ ਦੁੱਖ ਤੇ ਬੇਚੈਨੀ ਜਿਹੜੀ ਅੰਦਰ ਹੈ ਨਾ ਉਹ ਵੱਧ ਜਾਂਦੀ ਹੈ। ਬਦਨ ਬਰਨ ਹੋਏ ਆਵਤ ਪੀਰਾ। ਕਹਿਣ ਲੱਗੇ ਮੁਖ ਦਾ ਰੰਗ ਉਹਨਾਂ ਦਾ ਪੀਲਾ ਹੋ ਜਾਂਦਾ, ਚਿਹਰਾ ਪੀਲਾ ਹੋ ਜਾਂਦਾ ਹੈ। ਪਿਆਰੇ ਕੀ ਜੇ ਬਾਤ ਬਤਾਵੈ। ਜੇਕਰ ਉਹਨਾਂ ਨੂੰ ਕੋਈ ਵਾਹਿਗੁਰੂ ਪਰਮੇਸ਼ਰ ਦੀ ਪਿਆਰੇ ਦੀ ਕੋਈ ਗੱਲ ਸੁਣਾਵੇ, ਜੇ ਉਹਨਾਂ ਨੂੰ ਕੋਈ ਬਾਤ ਸੁਣਾਵੇ ਵਾਹਿਗੁਰੂ ਪਰਮੇਸ਼ਰ ਦੀ, ਅਸ ਸੰਤਨ ਕੇ ਨਿਕਟ ਸਦਾਵੈ। ਉਹਦੇ ਮਗਰ ਦੌੜ ਜਾਂਦੇ ਉਹ ਸੰਤਾਂ ਦੇ, ਰੱਬ ਦੇ ਪਿਆਰਿਆਂ ਦੇ। ਸੁਨ ਪਿਖ ਕੈ ਪ੍ਰਿਯ ਮਿਲਨ ਨਿਸ਼ਾਨੀ। ਕਹਿਣ ਲੱਗੇ ਉਹ ਚਾਹੁੰਦੇ ਆ ਕਿ ਸਾਨੂੰ ਕੋਈ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੀ ਨਿਸ਼ਾਨੀ ਦੱਸ ਦੇਵੇ। ਨਿਕਟ ਜਾਨ ਹੋਏ ਪ੍ਰੀਤ ਮਹਾਨੀ। ਤੇ ਉਹ ਬਹੁਤ ਮਹਾਨ ਪ੍ਰੀਤ ਧਾਰ ਕੇ, ਕਹਿਣ ਲੱਗੇ ਪ੍ਰੀਤਮ ਨੂੰ ਨੇੜੇ ਜਾਣ ਕੇ ਬਹੁਤ ਪ੍ਰੀਤ ਧਾਰਦੇ ਹਨ। ਸੰਤ ਸੰਗ ਜਬ ਵਧਿਓ ਵਧੇਰਾ। ਰੱਬ ਦੇ ਪਿਆਰਿਆਂ ਦੇ ਨਾਲ ਜਦੋਂ ਬਹੁਤ ਪ੍ਰੇਮ ਵੱਧ ਜਾਂਦਾ ਹੈ, ਪੂਰਨ ਪ੍ਰਭੂ ਸਰਬ ਮੈਂ ਹੀਰਾ। ਕਹਿੰਦੇ ਫੇਰ ਉਹ ਪੂਰਨ ਪ੍ਰਭੂ ਨੂੰ, ਉਹ ਪਿਆਰਾ ਰੱਬ ਦਾ ਸਾਰਿਆਂ ਵਿੱਚ ਪਰਮੇਸ਼ਰ ਦੇਖਦਾ। ਸੰਤ ਬਾਬੇ ਅਤਰ ਸਿੰਘ ਜੀ ਹਜੂਰ ਸਾਹਿਬ ਤੋਂ ਆਉਂਦੇ ਤੇ ਰਾਹ ਵਿੱਚ ਸ਼ੇਰ ਪੈ ਗਿਆ ਉਹਨਾਂ ਨੂੰ ਵੱਢਣ ਵਾਸਤੇ। ਨਾਲ ਦਾ ਸੇਵਾਦਾਰ ਭੱਜ ਗਿਆ ਤੇ ਜਦੋਂ ਸ਼ੇਰ ਕੋਲੇ ਆਇਆ ਤੇ ਸੁੰਘ ਕੇ ਮੁੜ ਗਿਆ ਸ਼ੇਰ। ਤੇ ਉਹ ਸੇਵਾਦਾਰ ਨੇ ਦੇਖਿਆ, ਮੁੜ ਗਿਆ ਨੇੜੇ ਜਾ, ਕਹਿੰਦਾ ਜੀ ਪਤਾ ਨਹੀਂ ਲੱਗਿਆ ਸ਼ੇਰ ਆ ਗਿਆ ਸੀ ਰਾਹ ਵਿੱਚ।
ਕਹਿੰਦੇ ਭਾਈ ਸਾਨੂੰ ਸਾਰੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਦਿਖਦੇ, ਸਾਨੂੰ ਨਹੀਂ ਪਤਾ ਲੱਗਿਆ ਕੌਣ ਆਇਆ। ਮਹਾਰਾਜ ਕਹਿੰਦੇ ਵੀ ਭਾਈ ਗੁਰਸਿੱਖੋ, ਜਿਹੜੇ ਰੱਬ ਦੇ ਪਿਆਰੇ ਹੈ ਨਾ, ਜਦੋਂ ਪ੍ਰੇਮਾ ਭਗਤੀ ਵਿੱਚ ਇੱਕਮਿਕ ਹੋ ਜਾਂਦੇ, ਸਭ ਥਾਵਾਂ ਤੇ ਵਾਹਿਗੁਰੂ ਪਰਮੇਸ਼ਰ ਦਿਸਦਾ ਹੈ। ਤਬ ਮੁਖ ਲਾਲ ਰੰਗ ਦ੍ਰਿਸ਼ਟਾਵਾ। ਐਸਾ ਜਦੋਂ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਰੰਗ ਲੱਗ ਜਾਂਦਾ ਹੈ, ਤਾਂ ਚਿਹਰਾ ਉਹਨਾਂ ਦਾ ਲਾਲ ਹੋ ਜਾਂਦਾ ਹੈ। ਤ੍ਰਿਪਤ ਹੋਏ ਮਨ ਕਿਤਹੁ ਨਾ ਧਾਵੈ। ਮਨ ਉਹਨਾਂ ਦਾ ਰੱਜ ਜਾਂਦਾ ਹੈ, ਕਿਸੇ ਪਾਸੇ ਨਹੀਂ ਜਾਂਦਾ, ਕੋਈ ਸੰਸਾਰ ਦੀ ਇੱਛਾ ਨਹੀਂ ਰਹਿੰਦੀ ਹੈ। ਸ਼ਾਂਤ ਮਧੁਰਤਾ ਤਬ ਹੋਏ ਆਈ। ਫਿਰ ਉਹਨਾਂ ਦੇ ਕਹਿੰਦੇ ਸ਼ਾਂਤੀ ਰੂਪ ਮਿਠਾਸ ਆ ਜਾਂਦੀ ਹੈ ਹਿਰਦੇ ਵਿੱਚ। ਅੰਤਰ ਬ੍ਰਿਤੀ ਸਥਿਰਤਾ ਪਾਈ। ਇਸ ਢੰਗ ਦੇ ਨਾਲ ਜਿਹੜੀ ਅੰਤਰ ਬਿਰਤੀ ਹੁੰਦੀ ਹੈ ਗੁਰਸਿੱਖ ਪਿਆਰਿਆਂ ਦੀ, ਉਹ ਸਥਿਰਤਾ ਪਾ ਲੈਂਦੀ ਹੈ, ਟਿਕ ਜਾਂਦੀ ਹੈ। ਦਿੜ ਅਭਿਆਸ ਗਿਆਨ ਮਨ ਲਾਵਹਿ। ਐਸਾ ਕਹਿੰਦੇ ਦ੍ਰਿੜ ਅਭਿਆਸ ਜਿਹੜਾ ਹੈ, ਉਹ ਕਹਿੰਦੇ ਅਭਿਆਸ ਕਰਨ ਦੇ ਨਾਲ ਗਿਆਨ ਦੇ ਨਾਲ ਜਿਹੜੇ ਮਨ ਨੂੰ ਲਾਉਂਦੇ ਹਨ। ਪਰਾ ਭਗਤ ਉਤਪਤ ਹੋਏ ਆਵਹਿ। ਇਸ ਤਰ੍ਹਾਂ ਉਹਨਾਂ ਦੇ ਅੰਦਰ ਕਹਿੰਦੇ ਜਿਹੜੀ ਪਰਾ ਭਗਤੀ ਹੈ, ਪਰਾ ਭਗਤੀ ਦਾ ਭਾਵ ਹੁੰਦਾ ਹੈ ਉਹ ਭਗਤੀ ਜਿਹੜੀ ਦ੍ਰਿਸ਼ਟ ਮਾਨ ਤੋਂ ਚੁੱਕ ਕੇ ਦ੍ਰਿਸ਼ਟਾ ਵਿੱਚ ਲੈ ਜਾਵੇ ਇਸ ਬਿਰਤੀ ਨੂੰ, ਜਾਂ ਕਹਿਣ ਲੋਕ ਉਹ ਵੀ ਵਾਹਿਗੁਰੂ ਪਰਮੇਸ਼ਰ ਦੀ ਮਿਲਾਪ ਦੀ ਅਵਸਥਾ ਪ੍ਰਾਪਤ ਹੋ ਜਾਵੇ, ਉਹਨੂੰ ਕਹਿੰਦੇ ਪਰਾ ਭਗਤੀ, ਉਹ ਉਤਪੰਨ ਹੋ ਜਾਂਦੀ ਹੈ। ਆਪਣਾ ਸਰੂਪ ਨਿਹਾਰਨ ਚਾਹਾ। ਕਹਿੰਦੇ ਆਪਣਾ ਸਰੂਪ ਵੇਖਣਾ ਚਾਹਿਆ ਤਾਂ ਈਸ਼ਰ ਜੀਵ ਅਭੇਦ ਉਪਾਹਾ। ਜੀਵ ਤੇ ਈਸ਼ਵਰ ਦਾ ਜਿਹੜਾ ਭੇਦ ਹੈ, ਇਹ ਜੀਵ ਆਪਣੇ ਆਪ ਨੂੰ ਸਰੀਰ ਜਾਣਦਾ ਹੈ, ਆਪਣੇ ਆਪ ਨੂੰ ਮਨ ਜਾਣਦਾ ਹੈ, ਪਰਮੇਸ਼ਰ ਨੂੰ ਹੋਰ ਜਾਣਦਾ ਹੈ। ਜਦੋਂ ਇਹ ਅਭੇਦਤਾ ਖਤਮ ਹੋ ਜਾਂਦੀ ਹੈ, ਭੇਦ ਖਤਮ ਹੋ ਜਾਂਦਾ ਹੈ, ਇਹ ਜੀਵ ਆਪਣੇ ਆਪ ਨੂੰ ਪਰਮੇਸ਼ਰ ਜਾਣ ਲੱਗ ਜਾਂਦਾ ਹੈ। ਰਾਮ ਕਬੀਰਾ ਏਕ ਭਏ ਹੈ ਕੋਇ ਨਾ ਸਕੈ ਪਛਾਨੀ। ਜਦੋਂ ਐਸੀ ਅਵਸਥਾ ਆ ਜਾਂਦੀ ਹੈ, ਕਹਿਣ ਲੱਗੇ ਵੀ ਫਿਰ ਸਤ ਚੇਤਨ ਆਨੰਦ ਬ੍ਰਹਮ ਰੂਪ, ਫਿਰ ਸਤ ਚਿਤ ਆਨੰਦ ਜੋ ਬ੍ਰਹਮ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਵਿੱਚ ਇਹਦੀ ਅਭੇਦਤਾ ਹੋ ਜਾਂਦੀ ਹੈ। ਨਭ ਸਮ ਵਿਆਪਿਓ ਚਲਤ ਅਨੂਪ। ਜਿਵੇਂ ਆਕਾਸ਼ ਆਪਾਂ ਨੂੰ ਸਾਰੇ ਥਾਵਾਂ ਤੇ ਦਿਖਦਾ, ਜਿੱਥੇ ਤੱਕ ਮਰਜ਼ੀ ਦੇਖ ਲਈਏ ਆਕਾਸ਼ ਸਭ ਥਾਵਾਂ ਤੇ ਦਿਖਦਾ ਹੈ। ਇਸ ਢੰਗ ਨਾਲ ਵਾਹਿਗੁਰੂ ਪਰਮੇਸ਼ਰ ਵੀ ਫਿਰ ਸਭ ਥਾਵਾਂ ਤੇ ਦਿਸਣ ਲੱਗ ਜਾਂਦਾ ਹੈ। ਇਸ ਪ੍ਰਕਾਰ ਜੇ ਭਗਤ ਕਮਾਵੇ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਭਾਈ ਗੁਰਸਿੱਖੋ, ਜੇ ਇਸ ਪ੍ਰਕਾਰ ਕੋਈ ਭਗਤੀ ਦੀ ਕਮਾਈ ਕਰੇ, ਇਕਤਾ ਬ੍ਰਹਮ ਰੂਪ ਹੋਏ ਜਾਵੇ। ਫਿਰ ਕਹਿੰਦੇ ਉਹ ਬ੍ਰਹਮ ਦੇ ਨਾਲ ਇੱਕ ਰੂਪ ਹੋ ਜਾਂਦਾ ਹੈ। ਤੀਨੋਂ ਸੁਨ ਕੈ ਭਏ ਆਨੰਦ। ਤਿੰਨੇ ਗੁਰਸਿੱਖ ਭਾਈ ਖਾਨੂ, ਭਾਈ ਮਾਈਆ ਤੇ ਫਿਰ ਗੋਬਿੰਦ ਭੰਡਾਰੀ, ਤਿੰਨੇ ਸੁਖ ਸੁਣ ਕੇ ਨਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਤੋਂ ਪਾਵਨ ਉਪਦੇਸ਼ ਸਾਰੇ ਨਿਹਾਲ ਹੋ ਗਏ। ਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਦਾ ਜਨਮ ਸਵਾਰ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਰਹਿਮ ਕਰਨ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਇਆ ਕਰਨ, ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਇਸ ਪ੍ਰਕਾਰ ਜੇ ਭਗਤ ਕਮਾਵੇ, ਇਕਤਾ ਬ੍ਰਹਮ ਰੂਪ ਹੋਏ ਜਾਵੇ। ਤੀਨੋਂ ਸੁਨ ਕੈ ਭਏ ਆਨੰਦ। ਖਾਨੂ ਮਾਈਆ ਅਰ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆ ਵਾਧਾਈਆ। ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ, ਸ਼ਬਦੋ ਤਾ ਗਾਵੋ ਹਰੀ ਕੇਰਾ, ਮਨ ਦਿਨੀ ਵਿਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨਹੁ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ।
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀ ਇਹ ਵਡਿਆਈਆ ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਬੜ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ ਖੇਲਾ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾ